ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਬ ਭੀ ਪਰਖੇ ਹੋਤੇ ਦੋਨੋਂ ਪੁੱਤਰ ਵਿਸਾਲ। ਜਗ ਗੁਰਤਾ ਕੇ ਉਚਿਤ ਕੋ ਲੈ ਸਿੱਖ ਕਰਹਿ ਨਿਹਾਲ। ਪੂਰਬ ਭੀ ਪਰਖੇ ਹੋਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਕਾਲ ਪੁਰਖ ਵਾਹਿਗੁਰੂ ਸਰੂਪ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ। ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਇਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸਤਿਗੁਰਾਂ ਦੇ ਸਪੁੱਤਰ ਬਾਬਤ ਆ ਕੇ ਖਬਰ ਦਿੱਤੀ ਹੈ। ਦਿੱਲੀ ਤੋਂ ਜੋ ਸਿੱਖ ਆਇਆ ਹੈ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਹੈ। ਬਾਬਾ ਰਾਮ ਰਾਏ ਜੀ ਬਾਰੇ ਪੁੱਛਣ 'ਤੇ ਉਸ ਸਿੱਖ ਨੇ ਸਾਰੀਆਂ ਕਰਾਮਾਤਾਂ ਜਿਵੇਂ ਬਾਬਾ ਰਾਮ ਰਾਏ ਜੀ ਨੇ ਦਿਖਾਈਆਂ ਹੈ ਤਿਵੇਂ ਦੱਸੀਆਂ ਹੈ। ਪਹਿਲਾਂ ਕਰਾਮਾਤਾਂ ਬਾਬਤ ਕਿਹਾ ਹੈ, ਫਿਰ ਜਸ ਬਾਰੇ ਵੀ ਆਖੇ ਹਨ ਬਚਨ, ਔਰ ਫਿਰ ਕਿਹਾ ਕਿ ਹੁਣ ਥੋੜ੍ਹਾ ਸਮਾਂ ਹੋਇਆ ਹੈ। ਇੱਕ ਵਾਰ ਜਦੋਂ ਵਾਦ ਵਿਵਾਦ ਹੋਇਆ ਸੀ ਔਰੰਗਜ਼ੇਬ ਦੀ ਸਭਾ ਵਿੱਚ ਵਾਰਤਾਲਾਪ ਹੁੰਦਿਆਂ ਹੋਇਆ ਹੈ, ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਪਰ ਸ਼ੰਕਾ ਕਰਦਿਆਂ ਹੋਇਆਂ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਇਸ ਸ਼ਬਦ 'ਤੇ ਸ਼ੰਕਾ ਕਰਦਿਆਂ ਉਹਨਾਂ ਨੇ ਇਸ ਬਾਬਤ ਵਿਚਾਰ ਪੁੱਛਿਆ। ਤਾਂ ਉਸ ਵੇਲੇ ਬਾਦਸ਼ਾਹ ਦੀ ਖੁਸ਼ਾਮਦੀ ਮਨ ਵਿੱਚ ਲਿਆਉਂਦਿਆਂ ਹੋਇਆ ਆਪ ਜੀ ਦੇ ਸਾਹਿਬਜ਼ਾਦੇ ਨੇ ਬਚਨ ਬਦਲ ਦਿੱਤਾ। ਮੁਸਲਮਾਨ ਸ਼ਬਦ ਦੇ ਥਾਂ 'ਤੇ ਬੇਈਮਾਨ ਕੀ ਕਹਿ ਦਿੱਤਾ ਹੈ ਕਿ ਇੱਥੇ ਤਾਂ ਸਭ ਤੁਰਕਾਂ ਦੀ ਕਿਹਾ ਕਿ ਗੱਲ ਨਹੀਂ ਹੈ। ਜੋ ਈਮਾਨ ਤੋਂ ਹੀਣੇ ਨੇ ਉਹਨਾਂ ਬਾਰੇ ਕਿਹਾ। ਇਉਂ ਬਚਨ ਬਦਲ ਕੇ ਆਖ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕਰਕੇ
ਇਤਰਾਜ਼ ਕੀਤਾ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ। ਸਤਿਗੁਰਾਂ ਨੂੰ ਜੋ ਵੀਰ ਰਸ ਆਇਆ ਹੈ ਆਪਣੇ ਸਪੁੱਤਰ ਦੇ ਉੱਪਰ, ਇਹ ਇੱਕ ਧਰਮਾਊ ਵੀਰ ਰਸ ਹੈ ਕਿ ਜਿਹੜਾ ਧਰਮ ਦੇ ਸਹਿਤ ਹੋ ਕਰਕੇ ਧਰਮ ਤੋਂ ਮੁਨਕਰ ਹੋਣ ਵਾਲੇ ਦੇ ਉੱਪਰ ਜਾਂ ਪਰਮੇਸ਼ਰ ਵਾਹਿਗੁਰੂ ਤੋਂ ਬੇਮੁਖ ਹੋਣ ਵਾਲੇ ਦੇ ਉੱਪਰ ਹੁੰਦਾ ਹੈ, ਜੋ ਗੁਰਬਾਣੀ ਦੀ ਨਿਰਾਦਰੀ ਕਰਨ ਵਾਲੇ ਦੇ ਉੱਪਰ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਬਚਨ ਕੀਤੇ ਕਿ ਇਸ ਬਚਨ ਵਿੱਚ ਕਿਉਂ ਸ਼ੰਕਾ ਕੀਤਾ। ਜੋ ਬਚਨ ਹਨ ਸੱਚੇ ਹੀ ਬਚਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਫਰਮਾਏ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਅੱਗੇ ਤਾਂ ਵੱਡੇ ਵੱਡੇ ਪੀਰ ਫਕੀਰ ਸਿੱਧ ਪਾਤਸ਼ਾਹ ਆਦਿਕਾਂ ਨੂੰ, ਸ਼ਕਤੀਆਂ ਵਾਲਿਆਂ ਨੂੰ ਵੀ ਝੁਕਣਾ ਪਿਆ, ਗੁਰੂ ਕਾ ਬਚਨ ਮੰਨਣਾ ਪਿਆ। ਕੋਈ ਵੀ ਗੁਰੂ ਕੇ ਬਚਨ ਦੇ ਉੱਪਰ ਤਰਕ ਨਹੀਂ ਕਰ ਸਕਦਾ। ਸਤਿਗੁਰਾਂ ਨੇ ਜੋ ਬਚਨ ਆਖੇ ਹੈ ਸੱਚੇ ਹੀ ਆਖੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਵੇਂ ਉਹ ਬਚਨ ਸੁਣਾ ਕਰਕੇ ਫਿਰ ਸਮਝਾਇਆ ਕਿ ਜਿਹੜੀ ਮਿੱਟੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕਬਰਾਂ ਦੇ ਵਿੱਚ ਦੱਬੇ ਹੋਏ ਹੁੰਦੇ ਹਨ ਮੁਸਲਮਾਨ, ਸੋ ਜਦ ਕਿਤੇ ਸਮਾਂ ਬਣਦਾ ਹੈ ਤਾਂ ਉਹ ਚੂਕਨੀ ਮਿੱਟੀ ਲੈ ਕੇ ਉਹਨਾਂ ਦੀਆਂ ਇੱਟਾਂ ਭਾਂਡੇ ਆਦਿਕ ਘੁਮਿਆਰ ਤਿਆਰ ਕਰਦੇ ਹੈ। ਅਤੇ ਜਿਹੜੀ ਪੰਜਾਂ ਤੱਤਾਂ ਦੀ ਸਰੀਰਾਂ ਦੀ ਮਿੱਟੀ ਜੋ ਵਿੱਚ ਦੱਬੀ ਹੋਵੇ, ਮੁਸਲਮਾਨਾਂ ਦੇ ਸਰੀਰਾਂ ਦੀ ਮਿੱਟੀ ਵੀ ਉਹ ਘੁਮਿਆਰਾਂ ਦੇ ਕੰਮ ਆਉਂਦੀ ਹੈ। ਅਤੇ ਉਹ ਮਿੱਟੀ ਸੜ ਕੇ ਉਹ ਜਾਣੋ ਕਿ ਜਲਦੀ ਹੋਈ ਸੜਦੀ ਹੋਈ ਪੁਕਾਰ ਕਰਦੀ ਰੋਂਦੀ ਹੈ। ਇਸੇ ਤਰ੍ਹਾਂ ਹੀ ਹੁੰਦਾ ਹੈ। ਇਸ ਵਿੱਚ ਸ਼ੰਕਾ ਕਿਸ ਗੱਲ ਦਾ ਹੈ? ਬਚਨ ਸੱਚੇ ਮਹਾਰਾਜ ਸਾਹਿਬ ਨੇ ਕਹੇ ਹੈ। ਸੋ ਇੱਕ ਤਾਂ ਗੁਰੂ ਕਾ ਬਚਨ ਬਦਲਿਆ ਹੈ, ਦੂਸਰਾ ਬੇਲੋੜੀਆਂ ਹੀ ਕਰਾਮਾਤਾਂ ਵੀ ਵਿਖਾਈਆਂ ਨੇ, ਉਹਨਾਂ ਨੂੰ ਜਰ ਕੇ ਸ਼ਕਤੀ ਨੂੰ ਕਿਉਂ ਨਹੀਂ ਰੱਖਿਆ। ਤੀਸਰਾ, ਜਦੋਂ ਦੇ ਦਿੱਲੀ ਸ਼ਹਿਰ ਵਿੱਚ ਗਏ ਆ ਉਦੋਂ ਦੇ ਵਾਪਸ ਨਹੀਂ ਆਏ ਸਪੁੱਤਰ ਜੀ। ਸਾਡਾ ਪੁੱਤਰ ਵਾਪਸ ਨਹੀਂ ਮੁੜਿਆ, ਉਦੋਂ ਦਾ ਆ ਕੇ ਦਰਸ਼ਨ ਕਰਨ ਵੀ ਨਹੀਂ ਪਹੁੰਚਿਆ। ਕਿਤੇ ਜੋ ਸ਼ਕਤੀ ਦਿੱਤੀ ਹੋਈ ਹੈ ਕਿਤੇ ਵਾਪਸ ਨਾ ਲੈ ਲੈਣ। ਅਤੇ ਜਿੰਨੀ ਸ਼ਕਤੀ ਮਿਲੀ ਇਹ ਤਾਂ ਉਸ ਵਾਲੀ ਗੱਲ ਹੋ ਗਈ। ਜਿਵੇਂ ਕੋਈ ਮੰਗਵੀਂ ਵਸਤੂ ਪ੍ਰਾਪਤ ਕਰਦਾ ਹੈ ਥੋੜ੍ਹੇ ਸਮੇਂ ਲਈ ਵਰਤਣ ਵਾਸਤੇ, ਤਾਂ ਉਸ ਮਨੁੱਖ ਦਾ ਜਿਸ ਦਾ ਕੇਵਲ ਵਸਤੂ ਨੂੰ ਜੋ ਆਪਣੀ ਨਾ ਸਮਝਦਾ ਹੋਵੇ, ਉਸ ਦਾ ਖਿਆਲ ਹੁੰਦਾ ਹੈ ਜਿੰਨਾ ਵੱਧ ਤੋਂ ਵੱਧ ਕੰਮ ਲਿਆ ਜਾਵੇ ਇਸ ਪਾਸੋਂ ਲੈ ਜਾਈਏ, ਫਿਰ ਵਾਪਸ ਕਰਨੀ ਪਵੇਗੀ। ਅਤੇ ਇਸ ਲਈ ਇਸਨੇ ਤਾਂ ਇਸ ਤਰ੍ਹਾਂ ਹੀ ਕੀਤਾ, ਵੱਧ ਤੋਂ ਵੱਧ ਸ਼ਕਤੀ ਨੂੰ ਵਰਤਣ ਦਾ, ਕਰਾਮਾਤਾਂ ਦਿਖਾਉਣ ਦਾ ਯਤਨ ਕੀਤਾ ਹੈ ਕਿ ਇਹਨਾਂ ਕਰਾਮਾਤਾਂ ਦੁਆਰਾ ਆਪਣੀ ਵਡਿਆਈ ਕਰਾ ਲਈਏ। ਇਸ ਲਈ ਇਹ ਗੁਰੂ ਕੀ ਬਾਣੀ ਦੇ ਬਚਨ ਨੂੰ ਬਦਲਣ ਵਾਲਾ ਹੈ। ਅਸੀਂ ਇਸ ਨੂੰ ਬਚਨ ਕਰਦੇ ਹਾਂ। ਸਤਿਗੁਰਾਂ ਨੇ ਆਖਿਆ ਕਿ ਜਿੱਧਰ ਨੂੰ ਇਸ ਦਾ ਮੂੰਹ ਹੈ ਉੱਧਰ ਹੀ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ। ਐਸਾ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾ ਦਿੱਤਾ ਹੈ। ਇਉਂ ਆਪਣੇ ਸਪੁੱਤਰ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਨਿਰਾਦਰੀ ਕਰਨ ਬਦਲੇ ਤਿਆਗ ਦਿੱਤਾ ਹੈ। ਇਹ ਪ੍ਰਸੰਗ ਵਿਸਥਾਰ ਪੂਰਵਕ ਪਿੱਛੇ ਸਰਵਣ ਕਰਾਇਆ ਗਿਆ ਹੈ। ਅੱਗੇ ਜਿਸ ਤਰ੍ਹਾਂ ਪ੍ਰਸੰਗ ਦੀ ਵਿਚਾਰ ਆ ਰਹੀ ਹੈ, ਆਓ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਬ ਭੀ ਪਰਖੇ ਹੋਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਜੋ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੈ, ਕਵੀ ਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਹੋਏ ਫਰਮਾਨ ਕਰਦੇ ਨੇ ਕਿ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਵੀ ਆਪਣੇ ਸਾਹਿਬਜ਼ਾਦਿਆਂ ਦੋਹਾਂ ਨੂੰ ਹੀ, ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਔਰ ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਿਵੇਂ ਪਰਖਿਆ ਸੀ, ਦੋਨੋਂ ਪੁੱਤਰ ਵਿਸਾਲ, ਤੇ ਦੋਵਾਂ ਹੀ ਵਿਸਾਲ ਮਹਾਨ ਪੁੱਤਰਾਂ ਦੀ ਜਿਵੇਂ ਪਰਖ ਕੀਤੀ ਸੀ। ਜਗ ਗੁਰਤਾ ਕੇ ਉਚਿਤ ਕੋ। ਤੇ ਜਗਤ ਦੀ ਗੁਰਤਾ ਗੱਦੀ ਦੀ ਜੋ ਵਡਿਆਈ ਹੈ, ਇਸ ਦੀ ਯੋਗਤਾ ਰੱਖਦੇ ਹਨ। ਕਿਵੇਂ ਰੱਖਦੇ ਹਨ?
ਕੌਣ ਇਹਨਾਂ ਪੁੱਤਰਾਂ ਦੇ ਵਿੱਚੋਂ ਰੱਖਦਾ ਹੈ। ਲੈ ਸਿੱਖ ਕਰਹਿ ਨਿਹਾਲ। ਤੇ ਜਿਸ ਤਰ੍ਹਾਂ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕਰਕੇ ਤੇ ਸਿੱਖਾਂ ਸੇਵਕਾਂ ਨੂੰ ਨਿਹਾਲ ਕਰਨਗੇ, ਇਸ ਪ੍ਰਕਾਰ ਜਣਾਉਣ ਵਾਸਤੇ ਮਹਾਰਾਜ ਸਾਹਿਬ ਨੇ ਪਰਖ ਕਰਕੇ ਦਿਖਾਇਆ ਹੈ ਕਿ ਕੌਣ ਗੁਰਤਾ ਗੱਦੀ ਪ੍ਰਾਪਤ ਕਰੇਗਾ। ਚਉਪਈ ਸਰੋਤਾ ਇਮ ਸੁਨ ਕੈ ਸੁਖ ਪਾਏ। ਤੇ ਜਿਸ ਵੇਲੇ ਕਥਾ ਸੁਣਾ ਰਹੇ ਸੀ ਬਾਬਾ ਰਾਮ ਕੋਇਰ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕੇ ਦਾ ਨਾਮ ਭਾਈ ਗੁਰਬਖਸ਼ ਸਿੰਘ ਹੋਇਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਗੁਰਬਖਸ਼ ਸਿੰਘ ਨਾਮ ਬਖਸ਼ਿਸ਼ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਜੋ ਭਾਈ ਰਾਮ ਕੋਇਰ ਜੀ ਹੋਏ ਹਨ, ਉਹ ਗੁਰਮੁਖ ਜਿਵੇਂ ਕਥਾ ਸਰਵਣ ਕਰਾ ਰਹੇ ਸਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਪਿਆਰਿਆਂ ਨੂੰ ਭਾਈ ਸਾਹਿਬ ਸਿੰਘ ਆਦਿਕ ਜੋ ਸਿੱਖ ਕਥਾ ਸਰਵਣ ਕਰ ਰਹੇ ਸੀ, ਤੇ ਇਸ ਪ੍ਰਕਾਰ ਜਦੋਂ ਉਹ ਸੁਣ ਰਹੇ ਸਨ ਸੁਖ ਪ੍ਰਾਪਤ ਕਰਦੇ ਸਨ। ਬੂਝਣ ਲਗੇ ਕਥਾ ਇਸ ਭਾਏ। ਤੇ ਕਥਾ ਸੁਣਦਿਆਂ ਹੋਇਆਂ ਬੜਾ ਉਹਨਾਂ ਨੇ ਸੁਖ ਪਾਇਆ। ਤੇ ਇਸ ਤਰ੍ਹਾਂ ਜੋ ਕਥਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰਾਂ ਬਾਰੇ ਬਾਬਾ ਰਾਮ ਕੋਇਰ ਜੀ ਜੋ ਭਾਈ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਪਾਸੋਂ ਪੁੱਛਦੇ ਹਨ ਸਿੱਖ। ਦੋਨੋਂ ਸੁਤ ਪਰਖੇ ਤਿਮ ਕਹੋ। ਤੇ ਜਿਵੇਂ ਦੋਹਾਂ ਹੀ ਸਪੁੱਤਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਖਿਆ ਹੈ, ਜਿਵੇਂ ਪਰਖ ਕੀਤੀ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ, ਤਿਵੇਂ ਉਹ ਬਚਨ ਸਾਨੂੰ ਸੁਣਾਓ। ਤੁਮ ਸਰਬੱਗਯ ਸਰਬ ਕਹੋ ਲਹੋ। ਤੇ ਤੁਸੀਂ ਤਾਂ ਸਰਬ ਗਿਆਤਾ ਹੋ, ਸਾਰੀ ਕਥਾ ਜਾਣਨ ਵਾਲੇ ਹੋ। ਕੋ ਪੂਰਾ ਉਤਰਿਓ ਕੋ ਛੂਛਾ। ਤੇ ਕੌਣ ਸਪੁੱਤਰ ਪੂਰਾ ਉਤਰਿਆ ਹੈ ਸਤਿਗੁਰਾਂ ਵੱਲੋਂ ਕੀਤੀ ਹੋਈ ਪਰਖ ਵਿੱਚ, ਤੇ ਕਿਹੜਾ ਪੁੱਤਰ ਕਿਵੇਂ ਖਾਲੀ ਰਿਹਾ ਜਾਣਿਆ ਗਿਆ। ਕਹੋ ਪ੍ਰਸੰਗ ਸਭਨ ਮਹਮ ਪੁੱਛਾ। ਤੇ ਅਸੀਂ ਸਭ ਪੁੱਛ ਰਹੇ ਹਾਂ ਤੁਹਾਡੇ ਪਾਸੋਂ, ਤੇ ਤੁਸੀਂ ਸਾਰਾ ਪ੍ਰਸੰਗ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਵੱਲੋਂ ਆਪਣੇ ਪੁੱਤਰਾਂ ਦੀ ਪਰਖ ਕਰਨ ਦਾ ਸਾਨੂੰ ਸੁਣਾਓ। ਸ੍ਰੀ ਗੁਰਬਖਸ਼ ਸਿੰਘ ਸੁਨ ਐਸੇ। ਤੇ ਇਸ ਪ੍ਰਕਾਰ ਜਦੋਂ ਸਰੋਤਿਆਂ ਕਥਾ ਸੁਣਨ ਵਾਲਿਆਂ ਸਰੋਤਾ ਜਨਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਬੇਨਤੀ ਕੀਤੀ ਹੈ, ਤਾਂ ਇਵੇਂ ਸੁਣ ਕੇ ਕਥਾ ਕਹਿਣ ਲਗ ਬੀਤੀ ਜੈਸੇ। ਤੇ ਜਿਸ ਪ੍ਰਕਾਰ ਕਥਾ ਬਤੀਤ ਹੋਈ ਹੈ, ਜਿਵੇਂ ਉਹ ਬਚਨ ਹੋਏ ਸਨ, ਜਿਵੇਂ ਪਰਖ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰਾਂ ਦੀ ਕੀਤੀ ਸੀ, ਉਸੇ ਤਰ੍ਹਾਂ ਹੀ ਕਥਾ ਕਹਿ ਕੇ ਸੁਣਾਉਣ ਲੱਗੇ। ਸ੍ਰੀ ਗੁਰਬਖਸ਼ ਸਿੰਘੋ ਵਾਚ। ਤੇ ਸ੍ਰੀ ਗੁਰਬਖਸ਼ ਸਿੰਘ ਜੀ ਇਸ ਪ੍ਰਕਾਰ ਜੋ ਫਰਮਾਉਂਦੇ ਹਨ, ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਇਹ ਬਚਨ ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਨੇ ਕੀਤੇ ਹਨ, ਤਿਵੇਂ ਹੀ ਸਰੋਤਾ ਜਨੋ ਅਸੀਂ ਸੁਣਾਉਂਦੇ ਹਾਂ ਕਿ ਸ੍ਰੀ ਬਾਬਾ ਗੁਰਬਖਸ਼ ਸਿੰਘ ਜੀ ਨੇ ਇਵੇਂ ਬਚਨ ਉਚਾਰਨ ਕੀਤੇ। ਚਉਪਈ ਸੁਨਹੁ ਕਥਾ ਬਾਂਛਤ ਫਲਦਾਨੀ। ਤੇ ਕਥਾ ਸੁਣਨ ਵਾਲੇ ਪ੍ਰੇਮੀਓ, ਜੋ ਗੁਰੂ ਸਾਹਿਬ ਜੀ ਦੀ ਕਥਾ ਹੈ ਮਨ ਇੱਛਤ ਫਲਾਂ ਨੂੰ ਦੇਣ ਵਾਲੀ ਹੈ। ਇਹ ਕਥਾ ਮਹਾਨ ਹੈ, ਸੁਣਨਾ ਕਰੋ। ਸ੍ਰੀ ਸਤਿਗੁਰ ਸ਼ਰਧਾ ਰਜਧਾਨੀ। ਤੇ ਇਹ ਜੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਹੈ। ਤੇ ਸਤਿਗੁਰਾਂ ਦੀ ਸ਼ਰਧਾ ਦੀ ਜਾਣੋ ਕਿ ਰਜਧਾਨੀ ਹੈ, ਸ਼ਰਧਾ ਦਾ ਸਥਾਨ ਹੈ, ਸ਼ਰਧਾ ਦਾ ਟਿਕਾਣਾ ਹੈ। ਜਿਵੇਂ ਰਾਜੇ ਦੇ ਰਹਿਣ ਵਾਸਤੇ ਰਾਜਧਾਨੀ ਹੁੰਦੀ ਹੈ ਦੇਸ਼ ਦੇ ਵਿੱਚ, ਜਿੱਥੇ ਰਾਜਾ ਨਿਵਾਸ ਕਰਦਾ ਹੈ, ਇਸੇ ਤਰ੍ਹਾਂ ਸ਼ਰਧਾ ਦਾ ਜਿਸ ਵਿੱਚ ਨਿਵਾਸ ਹੈ, ਜਿੱਥੋਂ ਸ਼ਰਧਾ ਪ੍ਰਾਪਤ ਹੁੰਦੀ ਹੈ, ਉਹ ਹੈ ਗੁਰੂ ਸਾਹਿਬ ਜੀ ਦੀ ਕਥਾ। ਇਸ ਲਈ ਜਿਹੜੀ ਕਥਾ ਹੈ, ਕਥਾ ਤੋਂ ਹੀ ਸ਼ਰਧਾ ਮਿਲਦੀ ਹੈ। ਗੁਰੂ ਇਤਿਹਾਸ ਦੀ ਕਥਾ, ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸਰਵਣ ਕਰਨੀਆਂ। ਸੁਣ ਸਾਖੀ ਮਨ ਜਪ ਪਿਆਰ, ਕਿਉਂਕਿ ਗੁਰੂ ਕੀ ਸਾਖੀ ਸੁਣ ਕੇ, ਗੁਰੂ ਦਾ ਇਤਿਹਾਸ ਸੁਣ ਕੇ, ਗੁਰੂ ਸਾਹਿਬ ਜੀ ਦਾ ਜੀਵਨ ਸੁਣ ਕੇ, ਸਤਿਗੁਰਾਂ ਦੇ ਪਿਆਰਿਆਂ ਦੇ ਜੀਵਨ ਦੇ ਜੋ ਵਚਨ ਹਨ ਸੁਣ ਕਰਕੇ ਮਨ ਵਿੱਚ ਸ਼ਰਧਾ ਪੈਦਾ ਹੁੰਦੀ ਆ। ਤੇ ਕਈ ਐਸੇ ਸਾਧ ਸੰਗਤ ਲੋਕ ਹਨ ਜਿਹੜੇ ਕਥਾ ਨੂੰ ਪ੍ਰੇਮ ਨਹੀਂ ਕਰਦੇ, ਕਹਿੰਦੇ ਹਨ ਕਿ ਕਥਾ ਇਹ ਤਾਂ ਸਾਖੀਆਂ ਨੇ। ਸੋ ਗੁਰੂ ਕੀ ਕਥਾ ਨੂੰ ਮਨ ਘੜਤ ਹੀ ਕਹਿੰਦੇ ਹਨ। ਤੇ ਕੀ ਜੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਨੂੰ ਮਨ ਘੜਤ ਜੇ ਕਹਿੰਦੇ ਆ, ਤੇ ਜਿਹੜੇ ਆਪਣੇ ਉਹਨਾਂ ਦੇ ਬੋਲ ਨੇ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਨੇ, ਤੇ ਉਹ ਕਿਧਰੋਂ ਕਿ ਜਿਹੜੀਆਂ ਪਰਮੇਸ਼ਰ ਵੱਲੋਂ ਉਤਰੀ ਹੋਈ ਸੱਚੀ ਬਾਣੀ ਦੇ ਰੂਪ ਵਿੱਚ ਹਨ, ਉਹ ਵੀ ਤਾਂ ਮਨ ਘੜਤ ਹੀ ਉਹਨਾਂ ਦੀਆਂ ਆਪਣੀਆਂ ਗੱਲਾਂ ਹਨ,
ਐਵੇਂ ਸੁਣਾ ਕੇ ਮਨ ਪ੍ਰਚਾਵਾ ਚੁਟਕਲੇ ਆਦਿਕ ਸੁਣਾ ਕੇ ਹੀ ਕਰਦੇ ਆ। ਕਥਾ ਨਹੀਂ ਉਹ ਕਹੀ ਜਾ ਸਕਦੀ। ਭਾਵੇਂ ਕਿ ਉਹਨਾਂ ਨੂੰ ਵੀ ਕਈ ਲੋਕ ਭੁਲੇਖੇ ਵਿੱਚ ਕਥਾਵਾਚਕ ਅਤੇ ਸਿੱਖੀ ਦੇ ਪ੍ਰਚਾਰਕ ਸਮਝ ਕਰਕੇ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਬੁਲਾਉਂਦੇ ਹਨ। ਅੰਦਰੋਂ ਜਾਣੋ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਿਤ ਕਰਨ ਵਾਸਤੇ, ਗੁਰਬਾਣੀ ਨਾਲ ਜੋੜਨ ਵਾਸਤੇ, ਤਾਂ ਕਿ ਉਹਨਾਂ ਨੂੰ ਸੱਦ ਕੇ ਸਗੋਂ ਗੁਰਬਾਣੀ ਦੇ ਨਾਲੋਂ ਅਤੇ ਗੁਰ ਇਤਿਹਾਸ ਦੇ ਨਾਲੋਂ ਲੋਕਾਂ ਨੂੰ ਤੋੜਨ ਦਾ ਹੀ ਯਤਨ ਕਰਦੇ ਹਨ। ਇਸ ਲਈ ਭਾਈ ਜਿਹੜੀ ਗੁਰੂ ਸਾਹਿਬ ਜੀ ਦੀ ਕਥਾ ਹੈ ਇਹ ਸ਼ਰਧਾ ਦੀ ਰਾਜਧਾਨੀ ਹੈ, ਸ਼ਰਧਾ ਦਾ ਸਥਾਨ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਵਿੱਚੋਂ ਸ਼ਰਧਾ ਪ੍ਰਾਪਤ ਹੁੰਦੀ ਹੈ। ਜਿਸ ਤੇ ਜਨਮ ਮਰਨ ਕੱਟ ਜਾਏ। ਇਹ ਭਾਈ ਇਹ ਕਥਾ ਐਸੀ ਹੈ, ਕਈ ਕਥਾ ਨੂੰ ਸਮਝਦੇ ਕਥਾ ਕੀ ਸੁਣਨੀ ਹੈ ਅਤੇ ਕੀ ਲੋੜ ਹੈ ਸਾਨੂੰ ਕਥਾ ਸੁਣਨ ਦੀ। ਪਰ ਕਵੀ ਜੀ ਦੱਸ ਰਹੇ ਆ ਕਿ ਭਾਈ ਜਿਹੜੀ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਹੈ ਨਾ, ਇਸ ਨੂੰ ਸੁਣ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਅਬ ਚਲ ਪਦਵੀ ਬਿਖੈ ਸਮਾਏ। ਤੇ ਅਚਲ ਪਦਵੀ ਦੇ ਵਿੱਚ ਫਿਰ ਉਸ ਗੁਰਮੁਖ ਦਾ ਸਮਾਉਣਾ ਹੁੰਦਾ ਹੈ। ਜੋ ਵੀ ਮਾਈ ਭਾਈ ਗੁਰੂ ਸਾਹਿਬ ਜੀ ਦੀ ਕਥਾ ਨੂੰ ਸੁਣਦਾ ਹੈ ਉਸ ਦਾ ਜਨਮ ਮਰਨ ਮਿਟ ਜਾਂਦਾ ਹੈ ਔਰ ਅਚਲ ਪਦਵੀ ਦੀ ਪ੍ਰਾਪਤੀ ਉਹ ਕਰ ਲੈਂਦਾ ਹੈ। ਏਕ ਸਮੇਂ ਸਤਿਗੁਰ ਕੇ ਤੀਰ। ਤੇ ਇਸ ਪ੍ਰਕਾਰ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਸੁਣਾਏ ਹੈ ਕਿ ਇੱਕ ਸਮੇਂ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਏਕ ਸਿੱਖ ਆਇਓ ਮਤ ਧੀਰ। ਧੀਰਜ ਮਤ ਵਾਲਾ ਇੱਕ ਸਿੱਖ ਸਤਿਗੁਰੂ ਜੀ ਦੇ ਹਜ਼ੂਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ। ਬ੍ਰਿੰਦ ਸੰਗਤੀ ਸੰਗ ਲਗਾਏ। ਤੇ ਬਹੁਤ ਸੰਗਤਾਂ ਆਪਣੇ ਨਾਲ ਲੈ ਕੇ ਉਹ ਆਗੂ ਸਿੱਖ ਆਇਆ ਹੈ। ਦਰਸ਼ਨ ਕਰਨ ਹੇਤ ਚਲ ਆਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਪਹੁੰਚਿਆ ਸੰਗਤ ਸਹਿਤ। ਅਨਕ ਉਪਾਇਨ ਅਰਪਨ ਕੀਨ। ਤੇ ਅਨੇਕਾਂ ਹੀ ਭੇਟਾਵਾਂ ਸੰਗਤਾਂ ਸਮੇਤ ਅਰਪਣ ਕੀਤੀਆਂ ਹਨ ਸਤਿਗੁਰੂ ਜੀ ਦੇ ਪਾਸ। ਅਗਨਾਸ਼ਨ ਚਰਨਨ ਚਿਤ ਦੀਨ। ਤੇ ਪਾਪਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਉਹਨਾਂ ਨੇ ਜਾਣੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਉਹਨਾਂ ਨੇ ਚਿੱਤ ਲਾਇਆ। ਬਿਕਸੇ ਹਿਰਦਾ ਕਮਲ ਅਨੁਹਾਰੀ। ਤੇ ਕਮਲ ਜਿਹੇ ਹਿਰਦੇ ਉਹਨਾਂ ਦੇ ਖਿੜ ਗਏ ਆ ਜਿਨ੍ਹਾਂ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਦੇ ਨਾਲ ਦਰਸ਼ਨ ਕੀਤੇ ਹਨ। ਸਤਿਗੁਰ ਸੂਰਜ ਦਰਸ ਨਿਹਾਰੀ। ਤੇ ਸੂਰਜ ਰੂਪ ਸਤਿਗੁਰਾਂ ਦੇ ਦਰਸ਼ਨ ਕਰਕੇ ਜਿਵੇਂ ਸੂਰਜ ਦਾ ਪ੍ਰਕਾਸ਼ ਪਾ ਕੇ ਕਮਲ ਖਿੜ ਜਾਂਦਾ ਹੈ, ਕਮਲ ਦੀਆਂ ਪੰਖੜੀਆਂ ਖਿੜ ਜਾਂਦੀਆਂ ਹੈ, ਇਸ ਤਰ੍ਹਾਂ ਸਿੱਖਾਂ ਦੇ ਹਿਰਦੇ ਕਮਲ ਖਿੜ ਜਾਂਦੇ ਹੈ। ਗੁਰੂ ਸਾਹਿਬ ਗਿਆਨ ਦਾ ਸੂਰਜ ਸਰੂਪ ਸਤਿਗੁਰੂ ਜੀ ਦੇ ਦਰਸ਼ਨ ਕਰਕੇ। ਸ਼੍ਰੀ ਹਰਿ ਰਾਏ ਮਯੰਕ ਮਨਿੰਦ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜਾਣੋ ਜੋ ਦੱਸਦੇ ਹਨ ਕਿ ਜੋ ਚੰਦਰਮਾ ਜਿਹੇ ਕਲੰਕ ਤੋਂ ਰਹਿਤ ਚੰਦਰਮਾ ਜਿਹੇ ਮੁਖੜੇ ਵਾਲੇ। ਚਾਖ ਚਕੋਰ ਪੇ ਸਿੱਖਿਅਨ ਬ੍ਰਿੰਦ। ਤੇ ਜੋ ਬਹੁਤ ਸਿੱਖਾਂ ਦੇ ਨੇਤਰ ਨੇ ਇਹ ਜਾਣੋ ਕਿ ਚਕੋਰਾ ਨਿਆਈ ਹੋਏ ਹਨ। ਜਿਵੇਂ ਚਕੋਰਾਂ ਦੀ ਪ੍ਰੀਤੀ ਚੰਦਰਮਾ ਨਾਲ ਹੁੰਦੀ ਹੈ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਲੰਕ ਤੋਂ ਰਹਿਤ ਚੰਦਰਮਾ ਵਾਂਗ ਹਨ ਸਿੱਖਾਂ ਵਾਸਤੇ। ਸਿੱਖਾਂ ਦੇ ਨੇਤਰ ਚਕੋਰਾਂ ਵਾਂਗ ਇੱਕ ਰਸ ਇੱਕ ਟਕ ਮਹਾਰਾਜ ਸਾਹਿਬ ਜੀ ਵੱਲ ਤੱਕ ਰਹੇ ਹਨ। ਮਿਰਦੁਲ ਚਰਨ ਸੁੰਦਰ ਅਰਬਿੰਦ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਜੋ ਹਨ ਕਮਲ ਜਿਹੇ ਸੁੰਦਰ ਹਨ, ਕੋਮਲ। ਮਨ ਦਾਸਨ ਕੇ ਥਿਰੇ ਮਲਿੰਦ। ਤੇ ਸਤਿਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਜਿਹੜੇ ਮਨ ਨੇ ਦਾਸਾਂ ਸੇਵਕਾਂ ਦੇ ਮਨ ਭੌਰਿਆਂ ਦੇ ਵਾਂਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਮਲ ਜਿਹੇ ਚਰਨਾਂ ਉੱਪਰ ਟਿਕੇ ਹਨ। ਬਚਨ ਸੁਨਨ ਅਰ ਦਰਸ਼ਨ ਕਰਨ ਕੀ। ਬਚਨ ਸੁਨਨ ਅਰ ਦਰਸ਼ ਕਰਨ ਕੀ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਅਤੇ ਬਚਨ ਸੁਣਨ ਦੀ ਜਿਹੜੀ ਬਹੁਤੀ ਸ਼ਰਧਾ ਹੈ ਪ੍ਰਾਪਤ ਹੋ ਰਹੀ ਸਿੱਖਾਂ ਦੇ ਮਨਾਂ ਵਿੱਚ। ਬਦੀ ਲਾਲਸਾ ਤਿਨਹੋ ਉਰਨ ਕੀ। ਤੇ ਉਹਨਾਂ ਸਿੱਖਾਂ ਦੇ ਮਨਾਂ ਦੀ ਬਹੁਤੀ ਜ਼ਿਆਦਾ ਹੀ ਤਾਂਘ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਵਧੀ ਹੈ। ਕੇਤਕ ਦਿਨ ਸਮੀਪ ਹੀ ਰਹੇ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਸੁਣਨ ਦੀ ਬਹੁਤ ਜ਼ਿਆਦਾ ਲਾਲਸਾ ਵਧੀ ਹੈ। ਇਸ ਵਾਸਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਲਈ ਕਿੰਨੇ ਹੀ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ
ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਰਹੇ ਹਨ ਸਿੱਖ ਸੇਵਕ। ਨਿਤ ਪ੍ਰਤ ਸਤ ਗੁਰ ਦਰਸ਼ਨ ਲਹੇ। ਤੇ ਨਿਤਾ ਪ੍ਰਤੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਲਾਹਾ ਖੱਟਦੇ ਹਨ। ਇੱਕ ਦਿਨ ਬੈਠੇ ਸ੍ਰੀ ਹਰਿ ਰਾਏ। ਇੱਕ ਦਿਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ। ਨਿਕਟ ਸਿੱਖ ਗਨ ਮੁਦ ਉਪਜਾਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ ਤੇ ਸਤਿਗੁਰਾਂ ਦੇ ਬਹੁਤ ਸਾਰੇ ਸਿੱਖ ਸੇਵਕ ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋ ਰਿਹਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕੇ। ਚੱਲਿਓ ਪ੍ਰਸੰਗ ਸਭਾ ਮਹਿ ਕੋਈ। ਤੇ ਸਤਿਗੁਰਾਂ ਦੀ ਸਭਾ ਦੇ ਵਿੱਚ ਕੋਈ ਪ੍ਰਸੰਗ ਦੀ ਵਿਚਾਰ ਚੱਲੀ ਹੈ। ਹਾਥ ਜੋਰ ਸਿੱਖ ਬੂਝਤ ਸੋਈ। ਤੇ ਇਸ ਪ੍ਰਕਾਰ ਕੋਈ ਜਦੋਂ ਪ੍ਰਸੰਗ ਚੱਲੇ ਹਨ ਤਾਂ ਉਸ ਵੇਲੇ ਫਿਰ ਸਿੱਖਾਂ ਨੇ ਜਾਣਿਆ ਕਿ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਬਿਲਾਸ ਕਰ ਰਹੇ ਨੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਕੋਈ ਬਚਨ ਪੁੱਛਣਾ ਕਰੀਏ। ਦੋਨੋਂ ਸੁੰਦਰ ਸਾਹਿਬਜ਼ਾਦੇ। ਤੇ ਇੱਕ ਸਿੱਖ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜੋ ਸਾਹਿਬਜ਼ਾਦੇ ਹਨ ਦੋਵੇਂ ਹੀ ਬਹੁਤ ਸੋਹਣੇ ਸਰੂਪ ਵਾਲੇ ਹਨ। ਜਿਨ੍ਹੋਂ ਬਿਲੋਕਤ ਚਿੱਤ ਅਹਿਲਾਦੇ। ਤੇ ਜਿਨ੍ਹਾਂ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ। ਸ਼ੁਭ ਗੁਣ ਕੇ ਸਪੁੰਨ ਮ੍ਰਿਦ ਮੂਰਤ। ਸਪੰਨ ਸ਼ੁਭ ਗੁਣਾਂ ਦੇ ਜੋ ਸਹਿਤ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਾਹਿਬਜ਼ਾਦੇ ਸ਼ੁਭ ਗੁਣਾਂ ਦੇ ਨਾਲ ਸੰਪੂਰਨ ਹਨ ਤੇ ਕੋਮਲ ਸਰੂਪ ਹਨ। ਆਪ ਜੀ ਦੇ ਸਾਹਿਬਜ਼ਾਦੇ ਸ਼ੁਭ ਗੁਣ ਸਪੰਨ ਮ੍ਰਿਦ ਮੂਰਤ। ਤੇ ਸ਼ੁਭ ਗੁਣ ਕੇ ਸਪੰਨ ਮ੍ਰਿਦ ਮੂਰਤ ਕੋਮਲ ਸਰੂਪ ਹਨ। ਸੋ ਔਰ ਸ਼ੁਭ ਗੁਣਾਂ ਦੇ ਸੰਯੁਗਤ ਪੂਰਨ ਹਨ। ਭਾਗਨ ਤੇ ਪੂਰਤ ਸ਼ੁਭ ਸੂਰਤ। ਤੇ ਭਾਗਾਂ ਦੇ ਨਾਲ ਸ੍ਰੇਸ਼ਟ ਭਰੇ ਹੋਏ ਹਨ ਤੇ ਸ੍ਰੇਸ਼ਟ ਸੂਰਤਾਂ ਹਨ ਆਪ ਜੀ ਦੇ ਸਾਹਿਬਜ਼ਾਦਿਆਂ ਦੀਆਂ। ਜਗ ਗੁਰਤਾ ਕੇ ਉਚਤੈ ਕੌਣ। ਤੇ ਜਗਤ ਦੀ ਗੁਰਤਾ ਗੱਦੀ ਦੇ ਕੌਣ ਯੋਗ ਹੈ ਆਪ ਕਿਰਪਾ ਕਰਕੇ ਦੱਸੋ। ਸਰਬ ਰੀਤ ਸੇ ਸਮ ਹੈ ਦੌਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਾਨੂੰ ਤਾਂ ਸਭ ਤਰ੍ਹਾਂ ਕਰਕੇ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਵੱਡੇ ਸਪੁੱਤਰ ਸ੍ਰੀ ਰਾਮ ਰਾਏ ਜੀ ਤੇ ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਇੱਕੋ ਜਿਹੇ ਹੀ ਲੱਗਦੇ ਹਨ। ਅਜਰ ਜਰਨ ਕੋ ਧੀਰਜ ਜੋਏ। ਤੇ ਅਜਰ ਸ਼ਕਤੀ ਨੂੰ ਜਰ ਕੇ ਰੱਖਣ ਦੀ ਜਿਸ ਵਿੱਚ ਧੀਰਜ ਹੈ। ਇੱਕ ਮਹਿ ਹੋਏ ਕਿ ਜੁਗ ਮਹਿ ਹੋਏ। ਇੱਕ ਵਿੱਚ ਹੈ ਕਿ ਜਾਂ ਦੋਹਾਂ ਵਿੱਚ ਹੀ ਹੈ ਆਪ ਜੀ ਕਿਰਪਾ ਕਰਕੇ ਦੱਸੋ। ਕੋਲੇ ਸਰਬੋਤਮ ਵਡਿਆਈ। ਤੇ ਆਪ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਵਿੱਚੋਂ ਕਿਹੜਾ ਸਾਹਿਬਜ਼ਾਦਾ ਸਭ ਤੋਂ ਉੱਤਮ ਵਡਿਆਈ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕਰਨ ਦੀ ਪਾਵੇਗਾ। ਕਰੋ ਕਿਰਪਾ ਇਹੋ ਦੇਹੋ ਬਤਾਈ। ਤੇ ਆਪ ਜੀ ਕਿਰਪਾ ਕਰਕੇ ਇਹ ਬਚਨ ਦੱਸਣਾ ਕਰੋ। ਹਮ ਵਿਦੇਸ਼ ਤੇ ਆਵਹਿ ਕਬੈ। ਇਸ ਤਰ੍ਹਾਂ ਸਿੱਖ ਬੇਨਤੀ ਕਰ ਰਿਹਾ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਕਿ ਸਤਿਗੁਰੂ ਜੀ ਅਸੀਂ ਵਿਦੇਸ਼ੀ ਸਿੱਖ ਹਾਂ, ਦੂਰ ਦੇਸ਼ ਤੋਂ ਚੱਲ ਕੇ ਕਦੇ ਕਦਾਈ ਆਪ ਜੀ ਦੇ ਪਾਸ ਪਹੁੰਚਦੇ ਹਾਂ। ਸੁਨਤ ਹੋਏ ਮਮ ਦ੍ਰਿੜਤਾ ਤਬੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇਕਰ ਆਪ ਜੀ ਤੋਂ ਅਸੀਂ ਸੁਣ ਲਵਾਂਗੇ ਕਿ ਆਪ ਜੀ ਦਾ ਕਿਹੜਾ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕਰੇਗਾ ਤਾਂ ਮੇਰੇ ਹਿਰਦੇ ਦੇ ਵਿੱਚ ਮਹਾਰਾਜ ਹੋਰ ਦ੍ਰਿੜਤਾ ਜੋ ਹੈ ਸ਼ਰਧਾ ਦੀ ਪ੍ਰਾਪਤ ਹੋ ਜਾਵੇਗੀ ਆਪ ਜੀ ਦੇ ਸਾਹਿਬਜ਼ਾਦਾ ਪ੍ਰਤੀ। ਜਦਪ ਗੋਪ ਇਹ ਰਾਖਨ ਚਾਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇਕਰ ਆਪ ਜੀ ਗੁਪਤ ਰੱਖਣਾ ਚਾਹੁੰਦੇ ਹੋ ਇਹ ਬਚਨ ਮੁਝ ਪਰਦੇਸੀ ਲਖ ਕਰ ਕਹੋ। ਤੇ ਆਪ ਜੀ ਮੈਨੂੰ ਪਰਦੇਸੀ ਜਾਣ ਕਰਕੇ ਹੀ ਦੱਸ ਦਿਓ। ਹਉ ਨਹਿ ਕਰਉ ਕਹੂੰ ਬਖਿਆਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਇਹ ਗੁਪਤ ਰੱਖਣਾ ਚਾਹੁੰਦੇ ਹੋ ਬਚਨ ਕਿ ਗੁਰਤਾ ਗੱਦੀ ਦਾ ਤਖਤ ਜਦੋਂ ਤੱਕ ਜੋ ਸਾਹਿਬਜ਼ਾਦਿਆਂ ਵਿੱਚੋਂ ਇੱਕ ਸਾਹਿਬਜ਼ਾਦੇ ਨੂੰ ਨਹੀਂ ਪ੍ਰਾਪਤ ਹੁੰਦਾ ਉਹਨਾਂ ਚਿਰ ਤੱਕ ਮੈਂ ਫਿਰ ਗੁਪਤ ਹੀ ਛੁਪਾ ਕੇ ਹੀ ਇਹ ਬਚਨ ਰੱਖਾਂਗਾ। ਰਾਖੋਂ ਮੇਲ ਜਥਾ ਮਨ ਥਾਤੀ। ਹਉ ਨਹਿ ਕਰਉ ਕਹੂੰ ਬਖਿਆਤੀ। ਤੇ ਕਿਤੇ ਵੀ ਇਹ ਬਚਨ ਮੈਂ ਮਹਾਰਾਜ ਪ੍ਰਗਟ ਨਹੀਂ ਕਰਾਂਗਾ। ਰਾਖੋਂ ਮੇਲ ਜਥਾ ਮਨ ਥਾਤੀ। ਤੇ ਜਿਵੇਂ ਕਿ ਮਣੀਆਂ ਦੀ ਥੈਲੀ ਹੋਵੇ ਕੋਈ ਸਾਂਭ ਕੇ ਰੱਖਦਾ ਹੈ ਇਸ ਤਰ੍ਹਾਂ ਮੈਂ ਇਹ ਬਚਨ ਆਪ ਜੀ ਦਾ ਸੰਭਾਲ ਕੇ ਰੱਖਾਂਗਾ। ਹਮਰਾਵਰ ਕੇ ਦਾਸ ਕਦੀਮੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਸੀਂ ਸੇਵਕ ਹਾਂ ਮੁੱਢ ਕਦੀਮੀ ਹੀ ਪੁਰਾਣੇ ਦਾਸ ਹਾਂ। ਸਿਮਰਹਿ ਧਰ ਸ਼ਰਧਾ ਸੁਖ ਸੀਮੀ। ਤੇ ਸੁਖ ਦੀ ਹੱਦ ਆਪ ਜੀ ਦਾ ਜੋ ਸਰੂਪ ਹੈ
ਆਪ ਜੀ ਦੇ ਸਰੂਪ ਨੂੰ ਹੀ ਅਸੀਂ ਸਿਮਰਦੇ ਹਾਂ, ਜੋ ਜਾਣ ਕਰਕੇ ਸੁੱਖਾਂ ਦੀ ਹੱਦ ਰੂਪ ਜਾਣ ਕਰਕੇ। ਆਪ ਕਿਰਪਾਲ ਦਾਸ ਰਖਵਾਰੇ, ਤੇ ਆਪ ਜੀ ਕਿਰਪਾ ਦੇ ਕਰੋ, ਦਾਸਾਂ ਸੇਵਕਾਂ ਦੇ ਰਖਵਾਲੇ ਹੋ। ਦੁਖਤ ਲੋਕ ਤੇ ਲੇਹੋ ਉਬਾਰੇ, ਤੇ ਦੁਖਦਾਈ ਦੁੱਖਾਂ ਤੋਂ, ਇਸ ਲੋਕ ਦੇ ਦੁੱਖਾਂ ਤੋਂ ਆਪ ਕਿਰਪਾ ਕਰਕੇ ਬਚਾਉਣ ਵਾਲੇ ਹੋ। ਪੁੱਤਰ ਆਪ ਕੇ ਦੋਇ ਨ ਮਾਹੀ, ਤੇ ਆਪ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਵਿੱਚੋਂ ਜਿਹ ਸੋਂ ਪ੍ਰੀਤ ਬਿਰਧੈ ਇਮ ਚਾਹੀ। ਤੇ ਇਸ ਤਰ੍ਹਾਂ ਇੱਛਾ ਹੈ ਕਿ ਜਿਸ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਹੈ ਉਹ ਜਾਣ ਲਵਾਂਗੇ ਤੇ ਉਸ ਨਾਲ ਸਾਡੀ ਬਹੁਤੀ ਪ੍ਰੀਤ ਵਧੇਗੀ। ਮਨ ਮਹਿ ਸਿਮਰਹਿ ਸ਼ਰਧਾ ਧਾਰਹਿ, ਤੇ ਆਪਣੇ ਮਨ ਵਿੱਚ ਅਸੀਂ ਆਪ ਜੀ ਦੇ ਉਸ ਸਾਹਿਬਜ਼ਾਦਾ ਜੀ ਨੂੰ ਯਾਦ ਕਰਿਆ ਕਰਾਂਗੇ ਤੇ ਸ਼ਰਧਾ ਰੱਖਾਂਗੇ। ਬਿਘਨ ਵਿਸ਼ਾਲ ਅਨੇਕ ਨਟਾਰਹਿ, ਤੇ ਅਨੇਕਾਂ ਹੀ ਵਿਘਨਾਂ ਨੂੰ ਦੂਰ ਕਰਾਂਗੇ ਆਪ ਜੀ ਦੇ ਉਸ ਸਾਹਿਬਜ਼ਾਦੇ ਨੂੰ ਯਾਦ ਕਰਕੇ, ਜਿਨ੍ਹਾਂ ਨੂੰ ਗੁਰਤਾ ਗੱਦੀ ਦਾ ਤਖਤ ਮਿਲਣਾ ਹੈ। ਇਮ ਸੁਨ ਸਿੱਖ ਤੇ ਸ੍ਰੀ ਹਰਿ ਰਾਏ, ਇਸ ਤਰ੍ਹਾਂ ਸਿੱਖ ਪਾਸੋਂ ਸੁਣਿਆ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ। ਕਹਿਓ ਮ੍ਰਿਦੁਲ ਮੁਖ ਤੇ ਮੁਸਕਾਏ, ਤਾਂ ਸੁਣ ਕੇ ਮੁਖ ਤੋਂ ਜੋ ਕੋਮਲ ਵਾਕ ਸੁਣਾਉਣ ਲੱਗੇ ਹਨ ਸਤਿਗੁਰੂ ਜੀ ਮੁਸਕਰਾ ਕੇ। ਚਿਤ ਮੈਂ ਚਹਿਤ ਜੋ ਅਜਸ ਬਿਰਤਾਂਤ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰਸਿੱਖਾ, ਜੇਕਰ ਐਸਾ ਜਿਹੜਾ ਬਿਰਤਾਂਤ ਹੈ ਤੂੰ ਆਪਣੇ ਚਿੱਤ ਵਿੱਚ ਜਾਣਨਾ ਚਾਹੁੰਦਾ ਹੈ, ਭਾਵਹਿ ਨਿਸਚੋ ਹੋਤ ਪ੍ਰਭਾਤ, ਤਾਂ ਕੱਲ ਦੇ ਸਵੇਰ ਵੇਲੇ ਤੂੰ ਨਿਸ਼ਚੈ ਹੀ ਇਸ ਜਾਣਕਾਰੀ ਨੂੰ ਪ੍ਰਾਪਤ ਕਰ ਲਵੇਂਗਾ। ਸੁਨ ਸ੍ਰੀ ਮੁਖ ਤੇ ਸੀਸ ਨਿਵਾਇਓ, ਤੇ ਇਸ ਪ੍ਰਕਾਰ ਦਾ ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਮੁਖਾਰ ਬਿੰਦ ਤੋਂ ਸਿੱਖ ਨੇ ਸੁਣਿਆ ਹੈ। ਸੁਣ ਕੇ ਸੀਸ ਝੁਕਾ ਕੇ ਨਮਸਕਾਰ ਕਰਦਾ ਹੈ। ਸਮੋ ਜਾਨ ਨਿਜ ਡੇਰੇ ਆਇਓ, ਤੇ ਇਸ ਪ੍ਰਕਾਰ ਫਿਰ ਰਾਤ ਦਾ ਸਮਾਂ ਜਾਣ ਕਰਕੇ ਆਪਣੇ ਡੇਰੇ ਵਿਖੇ ਉਹ ਸਿੱਖ ਪਹੁੰਚ ਗਿਆ। ਬੀਤੀ ਹਿਰਦੇ ਵਿਚਾਰਤ ਰਾਤੀ, ਤੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਔਰ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਰੇ, ਜੋ ਕਿੰਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਹੈ, ਇਹ ਵਿਚਾਰਾਂ ਕਰਦਿਆਂ ਹੋਇਆਂ ਉਸ ਸਿੱਖ ਦੀ ਰਾਤ ਬਤੀਤ ਹੋਈ ਹੈ। ਸੋਚ ਇਸ਼ਨਾਨ ਉਠ ਕੀਨਸ ਪ੍ਰਾਤੀ, ਤੇ ਰਾਤ ਬਤੀਤ ਹੋਣ ਤੇ ਅੰਮ੍ਰਿਤ ਵੇਲੇ ਉੱਠਿਆ ਏ, ਸ਼ੌਚ ਕਿਰਿਆ ਇਸ਼ਨਾਨ ਕੀਤਾ ਹੈ। ਸਿੱਖਿਅਨ ਵਿਖੇ ਮੁਖਿਆ ਪੁਨ ਗਇਓ, ਤੇ ਸੋਚ ਪਵਿੱਤਰਤਾ ਇਸ਼ਨਾਨ ਕਰਕੇ ਆਪਣੀ ਕੀਤੀ ਹੈ। ਸਿੱਖਾਂ ਦੇ ਵਿੱਚ ਇਹ ਮੁਖੀ ਸਿੱਖ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਫਿਰ ਇਹ ਪਹੁੰਚਿਆ ਹੈ। ਬੰਦਤ ਚਰਨ ਗੁਰਨ ਕੇ ਭਇਓ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਬੰਦਨਾ ਕਰਨ ਲੱਗਾ। ਸ਼ਰਧਾ ਸਲਤਾ ਕੋ ਮਨ ਮੀਨ, ਤੇ ਇਸ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਧਾ ਰੂਪੀ ਨਦੀ ਦਾ ਆਪਣੇ ਮਨ ਨੂੰ ਮੱਛ ਬਣਾਇਆ ਹੈ। ਪੁਨਹਿ ਨੇਤਰ ਭਰ ਦਰਸ਼ਨ ਕੀਨ, ਤੇ ਫਿਰ ਨੇਤਰ ਭਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਿਹਾ ਹੈ। ਵਿਖ ਸਤਿਗੁਰ ਸਿੱਖ ਕੀ ਅਭਿਲਾਖਾ, ਤੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਇਸ ਸਿੱਖ ਦੇ ਮਨ ਦੀ ਇੱਛਾ ਜਾਣ ਕੇ ਨਿਰਣੈ ਕਰਨ ਵਿਖੇ ਅਸ ਭਾਖਾ, ਤੇ ਨਿਰਣਾ ਕਰਨ ਵਾਸਤੇ ਐਸਾ ਬਚਨ ਆਖਿਆ ਹੈ ਕਿ ਇਹ ਨਿਰਣਾ ਕਰਕੇ ਜਾਣ ਲਵੇ। ਜੋ ਇਹ ਸਿੱਖ ਜਾਣਨਾ ਚਾਹੁੰਦਾ ਹੈ ਕਿ ਜੋ ਸੁਪੁੱਤਰ ਨੂੰ ਗੁਰਤਾ ਗੱਦੀ ਦਾ ਤਖਤ ਮਿਲੇਗਾ, ਇਹ ਜਣਾਉਣ ਵਾਸਤੇ ਸਤਿਗੁਰਾਂ ਬਚਨ ਫਰਮਾਇਆ। ਦ્વੈ ਸਾਹਿਬਜ਼ਾਦੇ ਇਕ ਥਾਨੀ, ਤੇ ਇਸ ਤਰ੍ਹਾਂ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਸਾਡੇ ਦੋਵੇਂ ਸਾਹਿਬਜ਼ਾਦੇ ਇੱਕ ਅਸਥਾਨ ਤੇ ਹਨ ਟਿਕੇ ਹੋਏ। ਪਠਹਿ ਗ੍ਰੰਥ ਸਾਹਿਬ ਬਰਬਾਨੀ, ਸੋ ਇੱਕ ਇੱਕ ਥਾਮ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਜੋ ਹੈ ਉਹ ਕਰ ਰਹੇ ਹਨ। ਏਕ ਸੂਚਕਾ ਨਿਜ ਕਰ ਲੇਹੋ, ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਪਾਠ ਕਰ ਰਹੇ ਹੈ, ਤੇ ਉੱਥੇ ਤੁਸੀਂ ਜਾਓ ਜਿੱਥੇ ਸਾਡੇ ਪੁੱਤਰ ਪਾਠ ਕਰ ਰਹੇ ਨੇ, ਤੇ ਆਪਣੇ ਹੱਥ ਵਿੱਚ ਇੱਕ ਸੂਈ ਲੈ ਜਾਇਓ। ਜਾਹੋ ਤਹਾਂ ਤੁਮ ਦਰਸ਼ਨ ਕਰੇਹੋ, ਤੇ ਉੱਥੇ ਜਾ ਕੇ ਸਿੱਖਾ ਤੂੰ ਦਰਸ਼ਨ ਕਰੀ ਬਾਣੀ ਪੜ੍ਹਦਿਆਂ ਸਾਡੇ ਪੁੱਤਰਾਂ ਦੇ। ਬੰਦਨ ਕਰ ਬੈਠੋ ਤਿਨ ਤੀਰ, ਤੇ ਨਮਸਕਾਰ ਕਰਕੇ ਉਹਨਾਂ ਦੇ ਪਾਸ ਜਾ ਕੇ ਬੈਠਣਾ ਕਰੀ। ਬਾਣੀ ਸੁਨਹੁ ਪਠਹਿ ਜੁਗ ਬੀਰ, ਤੇ ਦੋਵੇਂ ਭਰਾ ਜਿਵੇਂ ਬਾਣੀ ਪੜ੍ਹ ਰਹੇ ਹਨ, ਉਹਨਾਂ ਦੇ ਨੇੜੇ ਜਾ ਜਾ ਕੇ ਤੂੰ ਬੈਠ ਕੇ
ਬਾਣੀ ਸੁਣਨਾ ਕਰੀ। ਦੋਹਰਾ ਸ੍ਰੀ ਗ੍ਰੰਥ ਸਾਹਿਬ ਤਰੇ। ਤੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਜਿੱਥੇ ਹੋ ਰਹੇ ਹਨ ਉਸ ਅਸਥਾਨ ਦੇ ਹੇਠਾਂ, ਸੋ ਜੋ ਹੇਠਾਂ ਸੁੰਦਰ ਮੰਜੀ ਸਾਹਿਬ ਹੈ, ਰੁਚਰ ਪੰਗੂਰੇ ਜੇ। ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਹੇਠਾਂ ਸੁੰਦਰ ਜੋ ਮੰਜੀ ਸਾਹਿਬ ਹੈ, ਤਿੰਨ ਪਾਵੇ ਵਿੱਚ ਸੂਚਕਾ। ਤੇ ਉਸ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਸੰਚਰਾਵੋ ਕਰ ਲੇ। ਤੇ ਸੂਈ ਆਪਣੇ ਹੱਥ ਵਿੱਚ ਲੈ ਕੇ ਪਾਵੇ ਵਿੱਚ ਖੁਭਾਉਣ ਦਾ ਯਤਨ ਕਰੀ ਤੂੰ। ਚੌਪਈ ਜਿਸ ਪਾਵੇ ਵਿੱਚ ਸੰਚਰ ਜਾਏ। ਤੇ ਜਿਸ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਉਹ ਤੇਰੇ ਹੱਥ ਵਾਲੀ ਜੋ ਸੂਈ ਹੈ ਉਹ ਖੁੱਭ ਜਾਵੇ। ਸ਼ਬਦ ਪਠਤ ਕਾਸ਼ਟ ਨਰਮਾਏ। ਤੇ ਸ਼ਬਦ ਪੜਦਿਆਂ ਹੋਇਆ, ਜੋ ਸ਼ਬਦ ਸਾਡਾ ਪੁੱਤਰ ਬਹੁਤੇ ਹੀ ਨਿਮਰਤਾ ਸਹਿਤ ਪ੍ਰੇਮ ਨਾਲ ਪਾਠ ਕਰ ਰਿਹਾ ਹੋਵੇਗਾ, ਤਾਂ ਫਿਰ ਜਾਣ ਲੈ ਕਿ ਉਸ ਮੰਜੀ ਸਾਹਿਬ ਦੇ ਪਾਵੇ ਵੀ ਬਹੁਤ ਜ਼ਿਆਦਾ ਨਰਮ ਹੋਏ ਤੈਨੂੰ ਪ੍ਰਤੀਤ ਹੋਣਗੇ। ਪਾਹਨ ਆਦ ਮੋਮ ਸਮ ਹੋਏ। ਕਿਉਂਕਿ ਜਦੋਂ ਕੋਈ ਬਹੁਤੇ ਹਿਰਦੇ ਦੇ ਭਾਵਨਾ ਦੇ ਨਾਲ ਪਾਠ ਕਰਦਾ ਹੈ, ਜੋ ਸ਼ਰਧਾ ਭਾਵਨਾ ਦੇ ਨਾਲ ਪਾਠ ਕਰੇ, ਤਾਂ ਫਿਰ ਪਾਠ ਸੁਣਨ ਵਾਲਾ ਵੀ ਜੇ ਭਾਵੇਂ ਕਠੋਰ ਹਿਰਦੇ ਵਾਲਾ ਵੀ ਹੋਵੇ, ਸਖਤ ਪੱਥਰ ਨਿਆਈ ਹੋਵੇ, ਤਾਂ ਉਹਦਾ ਵੀ ਮਨ ਜਿਹੜਾ ਹੈ ਮੋਮ ਵਾਂਗ ਦਰਵ ਜਾਂਦਾ ਹੈ, ਕੋਮਲ ਜਿਹਾ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਐਸੇ ਜਿਹੜੇ ਪਾਠ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਕਰ ਰਹੇ ਹਨ, ਇਵੇਂ ਜਾਣ ਲੈ ਕਿ ਉਹ ਤੈਨੂੰ ਪ੍ਰਤੀਤ ਹੋਵੇਗਾ ਕਿ ਸਖਤ ਪਾਵੇ ਨਰਮ ਹਨ। ਗੁਰਤਾ ਕੀ ਲਾਇਕ ਲਖ ਸੋਏ। ਤੇ ਉਸ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦੇ ਤਖਤ ਦੇ ਪ੍ਰਾਪਤ ਕਰਨ ਦੇ ਯੋਗ ਜਾਣੀ। ਇਮ ਸੁਨ ਗੁਰ ਤੇ ਸਿੱਖ ਸੁਜਾਨਾ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਸਿਆਣੇ ਸਿੱਖ ਨੇ ਜਦੋਂ ਸੁਣਿਆ ਹੈ, ਗਮਨਿਓ ਤਹ ਤੇ ਚਾਓ ਮਹਾਨਾ। ਬਹੁਤਾ ਮਹਾਨ ਉਤਸ਼ਾਹ ਲੈ ਕਰਕੇ ਸਤਿਗੁਰਾਂ ਦੇ ਪਾਸੋਂ ਗਿਆ ਹੈ। ਜਹ ਸ਼੍ਰੀ ਰਾਮ ਰਾਏ ਜੀ ਬੈਸੇ। ਜਿੱਥੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਬੈਠੇ ਹਨ, ਪੂਰਬ ਜਾਏ ਸਥਾਨ ਪ੍ਰਵੇਸ਼ੇ। ਤੇ ਪਹਿਲਾਂ ਉਸ ਅਸਥਾਨ ਤੇ ਜਾ ਕੇ ਪ੍ਰਵੇਸ਼ ਹੋਇਆ ਹੈ ਸਿੱਖ। ਕੀਨ ਬੰਦਨਾ ਸੀਸ ਨਿਵਾਏ। ਤੇ ਬਾਣੀ ਪੜ੍ਹਦਿਆਂ ਜਾਣ ਕਰਕੇ, ਪੋਥੀ ਸਾਹਿਬ ਤੋਂ ਪਾਠ ਕਰਦੇ ਹੋਏ ਜਾਣ ਕੇ ਸੀਸ ਝੁਕਾ ਕੇ ਨਿਮਰਤਾ ਸਹਿਤ ਸਿੱਖ ਨੇ ਨਮਸਕਾਰ ਕੀਤੀ ਹੈ। ਬੈਸ ਸਮੀਪ ਸੁਨਤ ਚਿਤ ਲਾਏ। ਤੇ ਪਾਸ ਬੈਠ ਗਿਆ, ਚਿੱਤ ਲਾ ਕੇ ਗੁਰਬਾਣੀ ਦਾ ਪਾਠ ਸੁਣਨ ਲੱਗ ਪਿਆ ਹੈ। ਪਠੇ ਗ੍ਰੰਥ ਸਾਹਿਬ ਕੀ ਬਾਣੀ। ਸ੍ਰੀ ਗ੍ਰੰਥ ਸਾਹਿਬ ਜੀ ਦਾ ਪਾਠ ਉਸ ਵੇਲੇ ਸੋ ਜਿਵੇਂ ਕਰ ਰਹੇ ਹਨ ਬਾਬਾ ਰਾਮ ਰਾਏ ਜੀ। ਭਗਤ ਵਿਰਾਗ ਗਿਆਨ ਗੁਣ ਸਾਨੀ। ਤੇ ਭਗਤੀ ਵਿਰਾਗ ਗਿਆਨ ਤੇ ਸ਼ੁਭ ਗੁਣਾਂ ਦੇ ਸਮੇਤ ਜੋ ਗੁਰੂ ਕੀ ਬਾਣੀ ਦਾ ਪਾਠ ਹੈ ਕਰਦੇ ਹਨ। ਜਬ ਸੂਚੀ ਸੰਚਰਾਵਨ ਲਾਗੋ। ਤੇ ਸਿੱਖ ਜਿਸ ਵੇਲੇ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਸੂਈ ਖੁਭਾਉਣ ਲੱਗਾ ਹੈ, ਨਹਿ ਪਾਵੇ ਮਹਿ ਪਰ ਵਿਸ਼ ਹੈ ਆਗੋ। ਬਾਬਾ ਰਾਮ ਰਾਏ ਜੀ ਜਿਸ ਮੰਜੀ ਸਾਹਿਬ ਦੇ ਉੱਪਰ ਗੁਰਬਾਣੀ ਦਾ ਪਾਠ ਕਰ ਰਹੇ ਹਨ, ਉਸ ਮੰਜੀ ਸਾਹਿਬ ਦੇ ਵਿੱਚ ਜਦੋਂ ਸੂਈ ਖੁਭਾਉਣ ਦਾ ਯਤਨ ਇਹ ਸਿੱਖ ਨੇ ਕੀਤਾ ਹੈ, ਨਹਿ ਪਾਵੇ ਮਹਿ ਪਰ ਵਿਸ਼ ਹੈ ਆਗੋ। ਤੇ ਅੱਗੋਂ ਉਹ ਸੂਈ ਪਾਵੇ ਦੇ ਵਿੱਚ ਨਹੀਂ ਪ੍ਰਵੇਸ਼ ਹੁੰਦੀ। ਪਰਖਤ ਕੇਤਕ ਚਿਰ ਤਹ ਰਹਿਓ। ਤੇ ਕਿੰਨਾ ਸਮਾਂ ਪਰਖਣ ਦਾ ਯਤਨ ਕਰਦਾ ਰਿਹਾ ਹੈ ਸਿੱਖ। ਗੁਰਤਾ ਪਦ ਨਹਿ ਲਾਇਕ ਲਹਿਓ। ਫਿਰ ਜਾਣ ਲਿਆ ਕਿ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੇਕਰ ਸੂਈ ਖੁੱਭ ਜਾਵੇਗੀ ਪਾਵੇ ਦੇ ਵਿੱਚ, ਤੇ ਫਿਰ ਜਾਣ ਲਵੀਂ ਕਿ ਉਹ ਜੋ ਸਾਹਿਬਜ਼ਾਦਾ ਹਨ ਉਹ ਗੁਰਤਾ ਗੱਦੀ ਦਾ ਪ੍ਰਾਪਤ ਕਰਨਗੇ ਤਖਤ। ਪਰ ਜੇ ਨਾ ਖੁੱਬੇਗੀ ਤਾਂ ਸਮਝੀ ਕਿ ਗੁਰਤਾ ਗੱਦੀ ਦੇ ਉਹ ਯੋਗ ਨਹੀਂ ਹਨ। ਕਰ ਬੰਧਨ ਕੋ ਤਬ ਉਠ ਗਇਓ। ਤਾਂ ਫਿਰ ਗੁਰਬਾਣੀ ਪੜ੍ਹਦਿਆਂ ਵੱਲ ਨੂੰ ਨਮਸਕਾਰ ਕਰਕੇ ਸਿੱਖ ਕੋਲੋਂ ਉੱਠਿਆ ਹੈ, ਬਾਬਾ ਰਾਮ ਰਾਏ ਜੀ ਦੇ ਪਾਸੋਂ ਉੱਠ ਗਿਆ ਹੈ। ਗੁਰ ਸੁਤ ਲਗ ਟਿਗ ਪਹੁੰਚਤ ਭਇਓ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਪਹੁੰਚਿਆ ਹੈ। ਪਠਤ ਗ੍ਰੰਥ ਸਾਹਿਬ ਕੀ ਬਾਣੀ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੇ ਪ੍ਰੇਮ ਸਹਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੜ੍ਹ ਰਹੇ ਹਨ। ਮ੍ਰਿਦੁਲ ਰਿਦਾ ਸਰਬੱਗਯ ਸੋ ਗਿਆਨੀ। ਤੇ ਜੋ ਹਿਰਦੇ ਦੀ ਕੋਮਲਤਾ ਹੈ ਜਿਨ੍ਹਾਂ ਦੀ, ਤੇ ਸਰਬ ਗਿਆਤਾ ਹਨ,
ਤੇ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਵਾਲੇ ਹਨ, ਪਾਠ ਕਰਦੇ ਨੇ। ਸਿੱਖ ਨਮੋ ਕਰ ਬੈਠਿਓ ਜਾਏ, ਤੇ ਪਾਸ ਜਾ ਕੇ ਨਮਸਕਾਰ ਕਰਕੇ ਸਿੱਖ ਬੈਠ ਗਿਆ ਹੈ। ਸੁਨਤ ਸ਼ਬਦ ਸਗਰੇ ਸੁਖਦਾਏ, ਤੇ ਸਾਰੇ ਹੀ ਸੁਖਦਾਈ ਸ਼ਬਦਾਂ ਨੂੰ ਸਰਵਣ ਕਰੀ ਜਾਂਦਾ, ਸੁਣੀ ਜਾਂਦਾ ਹੈ। ਪੁਨ ਸ਼੍ਰੀ ਗ੍ਰੰਥ ਪੰਗੂਰੋ ਪਾਵਾ। ਤੇ ਇਸ ਤਰ੍ਹਾਂ ਪ੍ਰੇਮ ਸਹਿਤ ਜਦੋਂ ਪਾਠ ਸੁਣਿਆ ਤੇ ਫਿਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਹੇਠਾਂ ਜੋ ਮੰਜੀ ਸਾਹਿਬ ਦਾ ਪਾਵਾ ਹੈ, ਲੀਨ ਸੂਚਕਾ ਨੋਕ ਚੁਭਾਵਾ। ਤੇ ਆਪਣੇ ਹੱਥ ਵਿੱਚ ਸੂਈ ਲੈ ਕੇ ਸੂਈ ਦੀ ਨੋਕ ਮੰਜੀ ਸਾਹਿਬ ਦੇ ਪਾਵੇ ਵਿੱਚ ਖੋਭੀ ਹੈ। ਹੁਤੋ ਮੋਮ ਸਮ ਸਭ ਗੜ ਗਈ, ਤੇ ਜਾਣੋ ਕਿ ਮੋਮ ਵਾਂਗ ਹੀ ਉਹ ਕੋਮਲ ਹੈ, ਤੇ ਜੋ ਸੂਈ ਉਸਨੇ ਚੋਭੀ ਹੈ ਸਿੱਖ ਨੇ, ਉਹ ਸੂਈ ਨਾਲ ਹੀ ਪਾਵੇ ਵਿੱਚ ਧਸ ਗਈ ਹੈ। ਰਹਿਓ ਨਿਕਾਸ ਬੀਚ ਲੈ ਭਈ, ਤੇ ਕੱਢਣ ਦਾ ਯਤਨ ਕੀਤਾ ਹੈ, ਪਰ ਉਹ ਵਿੱਚੇ ਹੀ ਧਸ ਗਈ, ਨਾਲ ਹੀ ਵਿੱਚੇ ਜਾਣੋ ਕਿ ਮਿਲ ਗਈ ਹੈ। ਤੂਸ਼ਨ ਰਹਿਓ ਨ ਕਛੂ ਬਖਾਨਾ। ਤੇ ਇਸ ਪ੍ਰਕਾਰ ਜਾਣ ਕੇ ਸਿੱਖ ਚੁੱਪ ਰਿਹਾ। ਉਸ ਥਾਂ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਾਸ ਕੋਈ ਬਚਨ ਨਹੀਂ ਆਖਿਆ। ਗੁਰਤਾ ਕੇ ਲਾਇਕ ਪਹਿਚਾਨਾ। ਆਪਣੇ ਚਿੱਤ ਵਿੱਚ ਜਾਣ ਲਿਆ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਤਖਤ ਪਾਉਣ ਯੋਗ ਹਨ। ਸ਼ਰਧਾ ਧਰ ਕਰ ਕਰ ਜੁਗ ਜੋਰੇ। ਤੇ ਸਿੱਖ ਨੇ ਇਹ ਜਾਣ ਕੇ ਸ਼ਰਧਾ ਧਰ ਕੇ ਦੋਵੇਂ ਹੱਥ ਜੋੜੇ ਹਨ। ਨਿਮਰ ਹੋਏ ਕਰ ਚਰਨ ਨਿਹੋਰੇ। ਤੇ ਨਿਮਰਤਾ ਸਹਿਤ ਹੋ ਕੇ ਚਰਨਾਂ ਵਿੱਚ ਨਮਸਕਾਰ ਕੀਤੀ, ਵੰਦਨਾ ਕੀਤੀ। ਸ਼੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਅਵਤਾਰ। ਤੇ ਇਉਂ ਜਾਣ ਲਿਆ ਕਿ ਇਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਪਰਮੇਸ਼ਰ ਵਾਹਿਗੁਰੂ ਜੀ ਦਾ ਹੀ ਅਵਤਾਰ ਹਨ। ਇਹੀ ਸਹਾਰ ਹੈ ਗੁਰਤਾ ਭਾਰ। ਤੇ ਗੁਰਤਾ ਗੱਦੀ ਦੇ ਤਖਤ ਦਾ ਜਿਹੜਾ ਭਾਰ ਹੈ, ਇਹੋ ਹੀ ਸਹਾਰਨਗੇ, ਇਹੋ ਹੀ ਉਠਾਉਣਗੇ। ਜੋ ਜਿੰਨਾ ਵੀ ਗੁਰਦਿਆਈ ਗੱਦੀ ਦਾ ਜੋ ਤਖਤ ਹੈ, ਸਭ ਜਿੰਨਾ ਵੀ ਭਾਰ ਹੈ, ਜਾਣੋ ਕਿ ਜੋ ਜ਼ਿੰਮੇਵਾਰੀ ਹੈ, ਇਹੋ ਹੀ ਸੰਭਾਲਣਗੇ ਆਪ। ਸ਼੍ਰੀ ਹਰਿ ਰਾਏ ਨਿਕਟ ਸਿੱਖ ਆਵਾ। ਤੇ ਉਹ ਸਿੱਖ ਇਸ ਪ੍ਰਕਾਰ ਜਿਵੇਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਪਰਖਣ ਵਾਸਤੇ ਭੇਜਿਆ ਹੈ, ਇਉਂ ਉਹ ਯਤਨ ਕਰਕੇ ਵਾਪਸ ਸਤਿਗੁਰੂ ਸਾਹਿਬ ਜੀ ਦੇ ਪਾਸ ਆਇਆ ਹੈ। ਦੋਨੋਂ ਕੇਰ ਬਿਰਤੰਤ ਬਤਾਵਾ। ਤੇ ਸਤਿਗੁਰੂ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਦਾ ਹੀ ਹਾਲ ਸੁਣਾਇਆ ਸਤਿਗੁਰਾਂ ਦੇ ਕੋਲ। ਕਾਸ਼ਟ ਹੋਏ ਹੋ ਮੈਨ ਸਮਾਨਾ। ਤੇ ਇਸ ਤਰ੍ਹਾਂ ਬੇਨਤੀ ਕਰਦਾ ਹੈ ਸਿੱਖ, ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਕਿਰਪਾ ਦੇ ਨਾਲ ਮੈਂ ਜਾਣਿਆ ਹੈ, ਜਿਸ ਆਪ ਜੀ ਦੇ ਸਾਹਿਬਜ਼ਾਦਾ ਨੂੰ ਗੁਰਤਾ ਗੱਦੀ ਮਿਲਣੀ ਹੈ, ਉਹਨਾਂ ਤੋਂ ਤਾਂ ਬਾਣੀ ਸੁਣ ਕਰਕੇ ਲੱਕੜ ਵੀ ਜੋ ਮੋਮ ਸਮਾਨ ਹੋਈ ਹੈ। ਉਚਿਤ ਕਿਰਪਾ ਤੁਮਰੀ ਤੇ ਜਾਨਾ। ਤੇ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਉਸ ਆਪ ਜੀ ਦੇ ਸਾਹਿਬਜ਼ਾਦੇ ਨੂੰ ਗੁਰਿਆਈ ਦੇ ਯੋਗ ਜਾਣਿਆ। ਜਿਨ ਕੈ ਸ਼ਬਦ ਵਿਖੈ ਅਤ ਸ਼ਕਤ। ਤੇ ਜਿਨ੍ਹਾਂ ਦੇ ਸ਼ਬਦ ਪੜਨ ਵਿੱਚ ਪ੍ਰੇਮ ਦੀ ਐਸੀ ਸ਼ਕਤੀ ਹੈ। ਹੋਏ ਕਠਨ ਮਨ ਸੋਭੀ ਸੁਦਰਤ। ਸੋ ਭੀ ਸੁਦਰਤ, ਜਿਹੜਾ ਕਠਨ ਮਨ ਵਾਲਾ ਹੋਵੇਗਾ, ਕਠੋਰ ਮਨ ਵਾਲਾ ਹੋਵੇਗਾ, ਉਹ ਵੀ ਇਹਨਾਂ ਦੇ ਸ਼ਬਦ ਸੁਣ ਕੇ, ਇਹਨਾਂ ਦੇ ਮੁਖ ਤੋਂ ਸ਼ਬਦ ਸੁਣ ਕੇ, ਵਚਨ ਸੁਣ ਕਰਕੇ ਸੁਧਰ ਜਾਵੇਗਾ। ਮਿਰਦੁਲ ਰਿਦਨ ਕੀ ਕਿਆ ਹੈ ਗਿਣਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪਹਿਲਾਂ ਹੀ ਕੋਮਲ ਹਿਰਦੇ ਹਨ, ਸ਼ਰਧਾ ਭਾਵਨਾ ਵਾਲੇ ਹਨ, ਉਹਨਾਂ ਦੇ ਸਵਰਨ ਦੀ, ਉਹਨਾਂ ਦੇ ਉੱਚ ਪਦਵੀ ਨੂੰ ਪ੍ਰਾਪਤ ਕਰਨ ਦੀ, ਹਿਰਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਦੀ ਤਾਂ ਕੀ ਵਿਚਾਰ ਆਖੀਏ। ਉਧਰ ਹੈ ਸੇਵਕ ਕਰ ਕਰ ਬਿਨਤੀ। ਤੇ ਜਿਹੜੇ ਸਿੱਖ ਸੇਵਕ ਹਨ, ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦੇ ਛੋਟੇ ਸਾਹਿਬਜ਼ਾਦਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕਰਨ ਤੇ ਬੇਨਤੀਆਂ ਕਰ ਕਰਕੇ ਤਰਨਗੇ। ਨਿਰਣੈ ਕਰ ਨਿਸ਼ਚੈ ਮਨ ਥਾਨਾ। ਤੇ ਇਹ ਮੈਂ ਨਿਸ਼ਚਾ ਕੀਤਾ ਹੈ ਇਸ ਗੱਲ ਦਾ ਨਿਰਣਾ ਕਰਕੇ ਕਿ ਕਿਵੇਂ ਕਿਸ ਨੇ, ਕਿਸ ਆਪ ਜੀ ਦੇ ਸਾਹਿਬਜ਼ਾਦੇ ਨੇ ਗੁਰਿਆਈ ਪਾਉਣੀ ਹੈ। ਜੋ ਹੋਵੈ ਸਤਿਗੁਰੂ ਸੁਜਾਨਾ। ਤੇ ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੁਰਤਾ ਗੱਦੀ ਦੇ ਪ੍ਰਾਪਤ ਕਰਨ ਦੇ ਜਿਹੜੇ ਯੋਗ ਬਣਨਗੇ। ਨਹਿ ਬਿਰਤੰਤ ਬਹੁ ਤਿਨ ਬਿਦਤਾਵਾ। ਤੇ ਉਹ ਮੈਂ ਜਾਣ ਲਿਆ ਹੈ ਕਿ ਉਹ ਹੀ ਸਿੱਖਾਂ ਦਾ ਉਦਾਰ ਕਰਨਗੇ, ਸਿੱਖਾਂ ਨੂੰ ਉਪਦੇਸ਼ ਦੇ ਕੇ। ਇਸ ਪ੍ਰਕਾਰ ਸਿੱਖ ਨੇ ਜਾਣ ਕਰਕੇ ਇਹ ਜੋ ਬਿਰਤੰਤ ਹੈ, ਇਹ ਜੋ ਹਾਲ ਹੈ, ਬਹੁਤਿਆਂ ਵਿੱਚ ਨਹੀਂ ਪ੍ਰਗਟ ਕੀਤਾ, ਜਿਵੇਂ ਸਤਿਗੁਰਾਂ ਨੂੰ ਪੁੱਛਣ ਤੋਂ ਪਹਿਲਾਂ ਬੇਨਤੀ ਕੀਤੀ ਸੀ। ਜਾਣਿਓ ਚਾਹੇ ਸੋ ਜਾਨ ਹਰਖਾਵਾ। ਤੇ ਜੋ ਜਾਣਨਾ ਚਾਹੁੰਦਾ ਸੀ ਇਹ ਸਿੱਖ ਕਿ ਆਪ ਜੀ ਦੇ ਕਿਸ ਸਾਹਿਬਜ਼ਾਦੇ ਨੂੰ ਗੁਰਿਆਈ ਮਿਲਣੀ ਹੈ, ਉਹ ਜਾਣ ਕੇ ਬਹੁਤ ਖੁਸ਼ ਹੋਇਆ ਹੈ।
ਕਿਤਕ ਦਿਵਸ ਰਹਿ ਸਤਿਗੁਰ ਪਾਸ। ਤੇ ਕਿੰਨੇ ਹੀ ਦਿਨ ਇਹ ਸਿੱਖ ਸੰਗਤ ਦੇ ਸਹਿਤ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਕੀਰਤਪੁਰ ਸਾਹਿਬ ਦੇ ਵਿੱਚ ਰਿਹਾ। ਪੁਨ ਰੁਖਸਦ ਹੋਏ ਗਇਓ ਆਵਾਸ। ਫਿਰ ਰੁਖਸਦ ਹੋ ਕੇ ਵਿਦਾ ਹੋ ਕੇ ਆਪਣੇ ਘਰ ਨੂੰ ਚਾਲੇ ਪਾਏ ਹਨ ਇਹਨਾਂ ਨੇ। ਇਸ ਪ੍ਰਕਾਰ ਪਰਖੇ ਸੁਤ ਗੁਰ ਕੇ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰਾਂ ਦੀ ਪਰਖ ਕਰਕੇ ਸੰਗਤਾਂ ਵਿੱਚ ਸਿੱਖਾਂ ਵਿੱਚ ਦਿਖਾਈ ਸੀ ਪਹਿਲਾਂ ਹੀ। ਤਿਸ ਪ੍ਰਾਪਤ ਹੋਏ ਭਾਗ ਜੋ ਧੁਰ ਕੇ। ਕਿ ਧੁਰ ਤੋਂ ਹੀ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਹੋਣਾ ਵਾਹਿਗੁਰੂ ਜੀ ਵੱਲੋਂ ਲਿਖਿਆ ਹੋਇਆ, ਉਹਨਾਂ ਨੂੰ ਹੀ ਗੁਰਿਆਈ ਮਿਲੇਗੀ। ਸ਼੍ਰੀ ਸਤਿਗੁਰ ਹਰਿਰਾਏ ਸੁਜਾਨਾ। ਤੇ ਅੰਤਰਜਾਮੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸੁਤ ਤਿਆਗਨ ਕੋ ਜਬ ਹੈ ਬਖਾਨਾ। ਸੋ ਇਹ ਬਚਨ ਸਾਧ ਸੰਗਤ ਪਹਿਲਾਂ ਜੋ ਸਿੱਖਾਂ ਵਾਲਾ ਹੈ ਪ੍ਰਸੰਗ ਦਾ, ਜਿਵੇਂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦੋਵਾਂ ਸਾਹਿਬਜ਼ਾਦਿਆਂ ਨੂੰ ਪਹਿਲਾਂ ਪਰਖਿਆ ਸੀ, ਉਹ ਪ੍ਰਸੰਗ ਜੋ ਬਾਬਾ ਰਾਮ ਕੋਇਰ ਜੀ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਸੁਣਾਇਆ ਹੋਇਆ ਕਵੀ ਜੀ ਨੇ ਕਥਨ ਕਰਕੇ ਸੁਣਾਇਆ। ਤੇ ਅੱਗੇ ਫਿਰ ਹੁਣ ਕਥਨ ਕਰਦੇ ਹਨ ਹੋਰ। ਤਬ ਤੇ ਰਾਮ ਰਾਏ ਸੁਤ ਤਿਆਗਨ ਕੋ ਚਬਹਿ ਬਖਾਨਾ। ਤੇ ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੂੰ ਤਿਆਗਣ ਦਾ ਬਚਨ ਕਰ ਦਿੱਤਾ, ਜਦੋਂ ਕਹਿ ਦਿੱਤਾ ਹੈ ਕਿ ਸਾਡੇ ਵੱਲ ਮੁਖ ਨਾ ਕਰੇ, ਸਾਡੇ ਵੱਲ ਨਾ ਆਵੇ, ਜਿੱਧਰ ਨੂੰ ਮੁਖ ਹੈ ਉਧਰ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ, ਐਸਾ ਵਾਕ ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਫਰਮਾਇਆ, ਤਬ ਤੇ ਰਾਮ ਰਾਏ ਇਤ ਆਵਨ। ਤੇ ਤਦੋਂ ਤੋਂ ਇੱਧਰ ਆਉਣਾ ਸ੍ਰੀ ਕੀਰਤਪੁਰ ਸਾਹਿਬ ਵੱਲ ਬਾਬਾ ਰਾਮ ਰਾਏ ਜੀ ਨੇ ਜੋ ਸੋਚਿਆ ਹੈ, ਨਾਹਿਨ ਕੀਨਸ ਮਨ ਲਲਚਾਵਨ। ਸੋਚਿਆ ਹੈ ਕਿ ਨਹੀਂ ਆਉਣਾ ਮਹਾਰਾਜ ਸਾਹਿਬ ਜੀ ਵੱਲ ਜਾਣ ਵਾਸਤੇ ਆਪਣੇ ਮਨ ਨੂੰ ਨਾ ਲਲਚਾਵਾ। ਸੋ ਇਸ ਪ੍ਰਕਾਰ ਆਪਣੇ ਮਨ ਦੇ ਵਿੱਚ ਵਿਚਾਰ ਲਿਆ ਹੈ ਕਿ ਹੁਣ ਕੀ ਜਾਣਾ, ਸਤਿਗੁਰਾਂ ਨੇ ਤਾਂ ਮਨ੍ਹਾ ਕੀਤਾ ਹੈ ਕਿ ਤੂੰ ਸਾਡੇ ਮੱਥੇ ਨਾ ਲੱਗੀ, ਅਸੀਂ ਤੈਨੂੰ ਨਹੀਂ ਵੇਖਣਾ ਚਾਹੁੰਦੇ ਤੇ ਨਾ ਹੀ ਤੂੰ ਸਾਡੇ ਆਣ ਕੇ ਦਰਸ਼ਨ ਕਰੀ। ਐਸੇ ਵਚਨ ਸੁਣ ਕਰਕੇ ਆਪਣਾ ਮਨ ਨਹੀਂ ਲਲਚਾਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਭਇਓ ਨਿਰਾਸ ਪਿਤਾ ਕੀ ਦਿਸ਼ ਤੇ। ਕਿਉਂਕਿ ਸਤਿਗੁਰਾਂ ਦੇ ਐਸੇ ਵਾਕ ਹੋਣ ਤੇ ਬਾਬਾ ਰਾਮ ਰਾਏ ਜੀ ਆਪਣੇ ਪਿਤਾ ਸਤਿਗੁਰੂ ਜੀ ਵੱਲੋਂ ਨਿਰਾਸ਼ ਹੋ ਗਏ ਹਨ। ਗੁਰਤਾ ਚਹਿਤ ਹੋਤੋ ਨਿਤ ਜਿਸ ਤੇ ਨਿਤ ਹੀ ਜਿਸ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਪਾਸੋਂ ਗੁਰਤਾ ਗੱਦੀ ਪ੍ਰਾਪਤ ਕਰਨ ਦੀ ਆਸ ਰੱਖਦੇ ਸਨ, ਚਾਹੁੰਦੇ ਸਨ ਕਿ ਗੁਰਤਾ ਸਾਨੂੰ ਮਿਲ ਜਾਵੇ। ਹਿਰਦੈ ਵਿਚਾਰਤ ਮੈਂ ਸਭ ਲਾਇਕ। ਤੇ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਆਪਣੇ ਚਿੱਤ ਵਿੱਚ ਵਿਚਾਰਿਆ, ਇਵੇਂ ਸੋਚਿਆ ਕਰਦੇ ਕਿ ਮੈਂ ਸਭ ਤਰ੍ਹਾਂ ਕਰਕੇ ਗੁਰਤਾ ਗੱਦੀ ਨੂੰ ਜੋ ਪ੍ਰਾਪਤ ਕਰਨ ਦੇ ਯੋਗ ਹਾਂ। ਭਏ ਹਜ਼ਾਰਾਂ ਸਿੱਖ ਧਨਦਾਇਕ। ਕਿਉਂਕਿ ਹਜ਼ਾਰਾਂ ਹੀ ਸਿੱਖ ਸੇਵਕ ਮੇਰੇ ਬਣ ਗਏ ਹਨ, ਧਨ ਅਰਪਣ ਕਰਨ ਵਾਲੇ। ਸਕਲ ਸਮਾਜ ਵਧਿਓ ਅਧਿਕਾਏ। ਤੇ ਬਹੁਤਾ ਹੀ ਸਾਜੋ ਸਮਾਨ ਸਿੱਖਾਂ ਸੇਵਕਾਂ ਦੇ ਸਮੇਤ ਵਧਿਆ ਹੈ। ਸੈਨਾ ਆਦਿਕ ਬਹੁਤ ਸਹਾਏ। ਤੇ ਬਹੁਤ ਸਾਰੀ ਸੈਨਾ ਵਿੱਚ ਫੌਜ ਵੀ ਵੱਧ ਗਈ ਹੈ ਸਹਾਇਤਾ ਕਰਨ ਵਾਲੀ ਮੇਰੇ ਪਾਸ। ਧਨ ਕੀ ਕਮੀ ਨਹੀਂ ਕੁਛ ਮੇਰੇ। ਤੇ ਮੇਰੇ ਕੋਲ ਤਾਂ ਧਨ ਦੀ ਵੀ ਥੋੜੀ ਜਿੰਨੇ ਵੀ ਥੁੜ ਨਹੀਂ ਰਹੀ। ਅਬ ਅਰ ਆਗੇ ਆਏ ਕਨੇਰੇ। ਤੇ ਹੁਣ ਵੀ ਬਹੁਤੇ ਸਿੱਖ ਸੇਵਕ ਮੇਰੇ ਪਾਸ ਆਉਂਦੇ ਹਨ ਤੇ ਅੱਗੇ ਵੀ ਅਗਾਂਹ ਆਉਣਗੇ, ਔਰ ਹੁਣ ਵੀ ਧਨ ਬਹੁਤਾ ਪ੍ਰਾਪਤ ਹੋ ਰਿਹਾ, ਅੱਗੇ ਨੂੰ ਵੀ ਮਿਲੇਗਾ। ਤੁਰਕੇਸ਼ਵਰ ਸੰਗ ਰਸ ਮੈਂ ਰਾਖਾ। ਕਿਉਂਕਿ ਮੈਂ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਪ੍ਰੇਮ ਬਣਾ ਕੇ ਰੱਖਿਆ ਹੈ। ਦੇਤ ਮੋਹਿ ਕੋ ਜੋ ਅਬਿਲਾਖਾ। ਤੇ ਜੋ ਮੇਰੀ ਇੱਛਾ ਹੋਵੇ ਉਹ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਮੈਨੂੰ ਦੇ ਦਿੰਦਾ ਹੈ ਪਦਾਰਥ। ਇਤ ਹੀ ਦਿਸ਼ ਮੈਂ ਕਰਉ ਆਵਾਸ। ਤੇ ਇਸ ਤਰਫ ਹੀ ਇਧਰਲੇ ਇਲਾਕੇ ਵਿੱਚ, ਦਿੱਲੀ ਸ਼ਹਿਰ ਵਿੱਚ ਹੀ ਜਾਂ ਆਸ-ਪਾਸ ਦੇ ਇਲਾਕੇ ਵਿੱਚ ਮੈਂ ਨਿਵਾਸ ਰੱਖਾਂਗਾ। ਕਿਆ ਹੋਏ ਜੋ ਨਾ ਜਾਓ ਪਿਤ ਪਾਸ। ਤੇ ਕੀ ਹੋਵੇਗਾ ਜੇਕਰ ਪਿਤਾ ਸਤਿਗੁਰਾਂ ਦੇ ਪਾਸ ਨਾ ਮੈਂ ਜਾਵਾਂਗਾ ਤਾਂ ਕੀ ਮੈਨੂੰ ਘਾਟਾ ਪੈ ਚੱਲਿਆ। ਸਭ ਵਿਦ ਮੈਂ ਵਿਸਾਲ ਸਮਰੱਥ। ਤੇ ਸਭ ਤਰ੍ਹਾਂ ਕਰਕੇ ਮੈਂ ਬਹੁਤਾ ਹੀ ਸਮਰੱਥਾ ਵਾਲਾ ਹਾਂ। ਕਰਉ ਚਾਹਉ ਚਿਤ ਸਭ ਮਥ ਮਮ ਹੱਥ। ਕਰਉ ਚਾਹਉ ਚਿਤ ਸਭ ਮਮ ਹੱਥ। ਤੇ ਜੋ ਮੈਂ ਆਪਣੇ ਚਿੱਤ ਵਿੱਚ ਕਰਨਾ ਚਾਹਾਂ ਉਹ ਮੈਂ ਕਰ ਸਕਦਾ ਹਾਂ।
ਕਿਉਂਕਿ ਸਭ ਕੁਝ ਮੇਰੇ ਹੱਥ ਵਿੱਚ ਹੈ। ਇਕ ਤੋ ਸਿੱਖੀ ਬਹੁ ਜਗ ਮੇਰੀ, ਇੱਕ ਤਾਂ ਸਿੱਖੀ ਵੀ ਬਹੁਤੀ ਫੈਲ ਗਈ ਹੈ ਜਗਤ ਵਿੱਚ ਮੇਰੀ, ਸ਼ਾਹ ਸੰਗ ਰਸ ਰੀਤ ਕਨਹਿਰੀ। ਤੇ ਦੂਸਰਾ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਵੀ ਬਹੁਤਾ ਰਸ ਪ੍ਰੇਮ ਬਣਾਈ ਰੱਖਣ ਦੀ ਜੋ ਰੀਤੀ ਬਣ ਗਈ ਹੈ ਮੇਰੀ। ਆਜ ਕਮੀ ਕਿਸ ਬਾਤ ਨ ਮੋਹੀ, ਤੇ ਅੱਜ ਕਿਸੇ ਗੱਲ ਦੀ ਵੀ ਮੈਨੂੰ ਥੁੜ ਨਹੀਂ ਰਹੀ ਹੈ। ਨਿਤ ਪ੍ਰਤ ਸਕਲ ਅਦਕਤਾ ਹੋਹੀ, ਤੇ ਨਿਤਾ ਪ੍ਰਤੀ ਹਰ ਰੋਜ਼ ਸਾਜੋ ਸਮਾਨ ਦੀ ਪਦਾਰਥਾਂ ਦੀ ਬਹੁਲਤਾ ਹੁੰਦੀ ਜਾਂਦੀ ਹੈ। ਬਹੁਤੇ ਪਦਾਰਥ ਔਰ ਸਿੱਖ ਸੇਵਕਾਂ ਦੀ ਗਿਣਤੀ ਵੀ ਵੱਧਦੀ ਜਾਂਦੀ ਹੈ, ਜਸ ਵੀ ਫੈਲੀਦਾ ਹੈ। ਇਤਿਆਦਿਕ ਗਿਣਤੀ ਕਹੋ ਕਰ ਤੇ ਕੈ, ਇਤਿਆਦਿਕ ਐਸੀਆਂ ਵਿਚਾਰਾਂ ਬਾਬਾ ਰਾਮ ਰਾਏ ਜੀ ਨੇ ਮਨ ਵਿੱਚ ਕੀਤੀਆਂ। ਉਤ ਹੀ ਰਹਿਓ ਪੁਰੀ ਮਹਿ ਥਿਰ ਕੈ, ਤੇ ਉਧਰ ਹੀ ਦਿੱਲੀ ਸ਼ਹਿਰ ਵਿੱਚ ਟਿਕ ਕਰਕੇ ਫਿਰ ਰਹੇ ਹਨ। ਅਦਕ ਦਰਬ ਨਿਤ ਆਵਹਿ ਪਾਸ, ਤੇ ਨਿਤ ਹੀ ਬਹੁਤਾ ਧਨ ਇਹਨਾਂ ਦੇ ਪਾਸ ਆਉਂਦਾ ਹੈ। ਲਿਆਏ ਉਪਾਇਨ ਸੰਗਤ ਰਾਸ, ਤੇ ਬਹੁਤੀਆਂ ਸੰਗਤਾਂ ਲਿਆ ਕੇ ਭੇਟਾਵਾਂ ਅਰਪਣ ਕਰਦੀਆਂ ਹਨ। ਜਿਮ ਸਤਿਗੁਰ ਕੇ ਘਰ ਕੀ ਰੀਤ, ਜਿਵੇਂ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਿਆਦਾ ਹੈ, ਤਿਮ ਗੁਰ ਬਨਿਓ ਕਰਤ ਰਹਿ ਨੀਤ। ਤਿਵੇਂ ਸਤਿਗੁਰਾਂ ਵਾਂਗ ਗੁਰੂ ਬਣ ਕੇ ਬੈਠੇ ਰਹੇ ਬਾਬਾ ਰਾਮ ਰਾਏ ਜੀ, ਤੇ ਨਿਤ ਉਸੇ ਤਰ੍ਹਾਂ ਹੀ ਪ੍ਰਕਿਰਿਆ ਕਰਦੇ। ਬ੍ਰਿੰਦ ਮਸੰਦ ਮੇਵੜੇ ਭਏ, ਤੇ ਬਹੁਤੇ ਮਸੰਦ ਸੇਵਕ ਬਣ ਗਏ ਐ। ਮੇਵੜੇ ਸਿੱਖ ਵੀ, ਅਰਦਾਸਾਂ ਕਰਨ ਵਾਲੇ ਵੀ ਬਹੁਤ ਹੋ ਗਏ ਸੇਵਕ। ਸਿੱਖਿਅਨ ਤੇ ਨਿਤ ਧਨ ਕੋ ਤੇ ਲਏ, ਨਿਤ ਹੀ ਸਿੱਖਾਂ ਦੇ ਪਾਸੋਂ ਧਨ ਪ੍ਰਾਪਤ ਕਰਦੇ ਹਨ ਬਾਬਾ ਰਾਮ ਰਾਏ ਜੀ। ਅਜ਼ਮਤ ਬ੍ਰਿੰਦ ਦੇਖਬੇ ਕਰ ਕੈ, ਤੇ ਇਹ ਕਾਰਨ ਕੀ ਹੈ ਬਹੁਤਾ ਸਿੱਖਾਂ ਵੱਲੋਂ ਧਨ ਪ੍ਰਾਪਤ ਕਰਨ ਦਾ? ਕਿਉਂਕਿ ਬਹੁਤੇ ਹੀ ਸਿੱਖਾਂ ਸੇਵਕਾਂ ਨੇ ਬਹੁਤ ਸਾਰੀ ਕਰਾਮਾਤ ਬਾਬਾ ਰਾਮ ਰਾਏ ਜੀ ਦੇ ਪਾਸ ਜੋ ਵੇਖੀ ਹੈ। ਬਹੁ ਸੰਗਤ ਪੀਸ ਜਸ ਉਚਰ ਕੈ, ਤੇ ਇਸ ਕਰਕੇ ਕਰਾਮਾਤਾਂ ਵੇਖ ਕੇ ਬਹੁਤਾ ਜਸ ਹੋਣ ਕਰਕੇ ਬਹੁਤੀ ਸੰਗਤ ਜੁੜ ਗਈ ਹੈ ਨਾਲ। ਗਾਏ ਰਬਾਬੀ ਸ਼ਬਦ ਹਮੇਸ਼, ਤੇ ਹਮੇਸ਼ਾ ਹੀ ਜਿਵੇਂ ਗੁਰੂ ਘਰ ਦੀ ਮਰਿਆਦਾ ਹੁੰਦੀ ਹੈ, ਸਤਿਗੁਰਾਂ ਵੱਲੋਂ ਉਪਦੇਸ਼ ਦੇਣ ਦੀ, ਦੀਵਾਨ ਸਜਾਉਣ ਦੀ, ਸਤਿਗੁਰਾਂ ਦੇ ਪਾਸ ਰਾਗੀ ਰਬਾਬੀ ਸਿੱਖ ਜਿਵੇਂ ਕੀਰਤਨ ਕਰਦੇ ਹੈ, ਇਸੇ ਪ੍ਰਕਾਰ ਬਾਬਾ ਰਾਮ ਰਾਏ ਜੀ ਦੇ ਕੋਲ ਵੀ ਰਬਾਬੀ ਸਿੱਖ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ। ਬੈਠੇ ਮੰਜੀ ਹੋਏ ਸ਼ੁਭ ਬੇਸ਼, ਤੇ ਮੰਜੀ ਦੇ ਉੱਪਰ ਸ਼ੁਭ ਲਿਬਾਸ ਸਜਾ ਕਰਕੇ, ਸ਼ੁਭ ਸਜਾਵਟ ਜੋ ਪੂਰੇ ਹੀ ਪ੍ਰਭਾਵ ਦੇ ਸਹਿਤ ਬਾਬਾ ਰਾਮ ਰਾਏ ਜੀ ਬੈਠਦੇ। ਕਰਤ ਖਰੇ ਅਰਦਾਸ ਅਗਾਰੀ, ਤੇ ਜਿਹੜੇ ਸੇਵਕ ਹਨ ਮੇਵੜੇ ਸਿੱਖ, ਜੋ ਇਹਨਾਂ ਦੇ ਸਨਮੁਖ ਆਣ ਕੇ ਸਤਿਗੁਰਾਂ ਦੇ ਘਰ ਦੀ ਮਰਿਆਦਾ ਵਾਂਗ ਉਸ ਰੀਸੇ ਹੀ ਅਰਦਾਸਾਂ ਕਰਦੇ। ਸਹਿਤ ਪ੍ਰੇਮ ਕੇ ਹੋਏ ਬਲਿਹਾਰੀ, ਤੇ ਪ੍ਰੇਮ ਦੇ ਸਹਿਤ ਨਾਲ ਹੀ ਬਲਿਹਾਰ ਜਾਂਦੇ ਹਨ। ਇਕ ਸਤਿਗੁਰ ਸਤ ਹੋਵਨ ਕਰ ਕੈ, ਤੇ ਕਿਸ ਕਾਰਨ ਕਰਕੇ ਹੈ ਐਸਾ ਪ੍ਰਭਾਵ ਕਿਉਂ ਵਧਿਆ? ਇੱਕ ਤਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਹਨ ਬਾਬਾ ਰਾਮ ਰਾਏ। ਗੁਰ ਕਹਾਏ ਅਜ਼ਮਤ ਸੋ ਦਿਖਰ ਕੈ, ਅਜਮਤ ਸੋ ਦਿਖਰ ਕੈ, ਸੋ ਇਸੇ ਪ੍ਰਕਾਰ ਗੁਰੂ ਵੀ ਕਹਾਉਣ ਲੱਗ ਪਏ ਹੈ, ਤੇ ਨਾਲ ਅਜਮਤ ਸ਼ਕਤੀ ਜੋ ਦਿਖਾਈ ਹੈ। ਇੱਕ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹੋਣ ਕਰਕੇ ਜਸ ਹੁੰਦਾ ਹੈ, ਤੇ ਦੂਸਰਾ ਕਰਾਮਾਤਾਂ ਸ਼ਕਤੀਆਂ ਕਹਾ ਕੇ ਗੁਰੂ ਕਹਾਇਆ ਹੈ। ਅਦਕ ਸਮਾਜ ਵਧਿਓ ਸਭ ਭਾਂਤੀ, ਤੇ ਸਭ ਤਰ੍ਹਾਂ ਕਰਕੇ ਬਹੁਤਾ ਸਾਜੋ ਸਮਾਨ ਵੀ ਵਧਿਆ, ਪਦਾਰਥ ਵੀ ਵਧੇ ਹੈ, ਤੇ ਸੰਗਤ ਦੀ ਗਿਣਤੀ ਵੀ ਵਧੀ ਹੈ। ਦੇਸ਼ ਵਿਦੇਸ਼ਨ ਭਾ ਬਖਿਆਤੀ, ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਨਾਮ ਔਰ ਜਸ ਪ੍ਰਗਟ ਹੋਇਆ। ਨੌਰੰਗ ਨਿਕਟ ਰਹਿਓ ਚਿਰਕਾਲ, ਤੇ ਬਹੁਤ ਸਮਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਰਹੇ ਹਨ ਬਾਬਾ ਰਾਮ ਰਾਏ ਜੀ। ਪਹੁੰਚੇ ਢਿਗ ਨਿਤ ਆਦਰ ਨਾਲ, ਤੇ ਨਿਤ ਹੀ ਆਦਰ ਦੇ ਸਹਿਤ ਉਸ ਦੇ ਪਾਸ, ਉਸ ਦੀ ਸਭਾ ਦੇ ਵਿੱਚ ਜਾਂਦੇ। ਬਾਦੀ ਦੁਸ਼ਟ ਵਿਸਾਲ ਦਬਾਏ, ਸਭਾ ਦੇ ਵਿੱਚ ਬੈਠਣ ਵਾਲੇ ਜਿਹੜੇ ਬਾਦੀ ਝਗੜਾਲੂ ਤੇ ਬਹੁਤੇ ਦੁਸ਼ਟ ਸੁਭਾਅ ਵਾਲੇ, ਉਹਨਾਂ ਨੂੰ ਦਬਾ ਦਿੱਤਾ ਆਪਣੇ ਪ੍ਰਤਾਪ ਨਾਲ ਬਾਬਾ ਰਾਮ ਰਾਏ ਜੀ ਨੇ। ਚਾਹੇ ਬੁਰੋ ਪਰ ਬਸ ਨ ਬਸਾਏ, ਤੇ ਜਿਹੜੇ ਬੁਰਾ ਕਰਨਾ ਚਾਹੁੰਦੇ ਐ ਗੁਰੂ ਕੇ ਸਪੁੱਤਰ ਦਾ, ਪਰ ਉਹਨਾਂ ਦਾ ਕੋਈ ਵੀ ਵੱਸ ਚਾਰਾ ਨਹੀਂ ਚੱਲ ਸਕਿਆ। ਜਿਮ ਸੂਬੇ ਪਤਸ਼ਾਹੀ ਆਵਤ, ਤੇ ਜਿਵੇਂ ਸੂਬੇ ਲੋਕ ਆਉਂਦੇ ਐ, ਪਾਤਸ਼ਾਹੀ ਕੋਈ ਅਹਿਲਕਾਰ ਬਾਦਸ਼ਾਹ ਦੇ ਕੋਲ ਜਿਵੇਂ ਪਹੁੰਚਦੇ ਹਨ, ਸਿਵਕਾ ਰੂਢ ਸਦਾ ਤੇ ਮਜਾਵਤ, ਤੇ ਉਸੇ ਪ੍ਰਕਾਰ ਹੀ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਪਾਸ ਪਾਲਕੀ ਦੇ ਵਿੱਚ ਬੈਠ ਕੇ ਜਾਂਦੇ। ਜਿਵੇਂ ਸੂਬੇ ਆਦਿਕ ਹੋਰ ਅਹਿਲਕਾਰ ਆਦਿਕ ਪਾਲਕੀਆਂ ਵਿੱਚ ਸਜ ਕੇ ਬਾਦਸ਼ਾਹ ਦੇ ਕੋਲ ਪਹੁੰਚਦੇ,
ਉਸੇ ਤਰ੍ਹਾਂ ਹੀ ਚੱਲ ਕੇ ਬਾਬਾ ਰਾਮ ਰਾਏ ਜੀ ਉਸ ਪਾਸ ਜਾਂਦੇ। ਕਵ ਸੰਤੋਖ ਸਿੰਘ ਸਤਿਗੁਰ ਆਨੰਦ। ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਬਾਰੇ ਤੁਹਾਨੂੰ ਇਹ ਬਚਨ ਦੱਸੇ ਹਨ। ਸਕਲ ਸਮਾਜ ਬਿਰਧਾਏ ਬਿਲੰਦ। ਤੇ ਸਤਿਗੁਰਾਂ ਦੇ ਪੁੱਤਰ ਦੇ ਪਾਸ ਬਹੁਤ ਭਾਰੀ ਸਾਜੋ ਸਮਾਨ ਵਧਿਆ, ਬਹੁਤਾ ਜਸ ਵੀ ਉਹਨਾਂ ਦਾ ਵਧਿਆ। ਸਤਿਗੁਰਾਂ ਦੇ ਪੁੱਤਰ ਹੋਣ ਕਰਕੇ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਸ਼ਕਤੀਆਂ ਵਿਖਾਉਣ ਕਰਕੇ ਬਹੁਤਾ ਜਸ ਵਧਿਆ ਔਰ ਪਦਾਰਥ ਵੀ ਵਧੇ ਹਨ। ਸੋ ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਜਿਵੇਂ ਪ੍ਰਸੰਗ ਆਉਣਗੇ ਸਮੇਂ ਅਨੁਸਾਰ ਅਗਲੇ ਦੀਵਾਨ ਵਿੱਚ ਸਰਵਣ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸਾਹਿਬ ਔਰ ਗੁਰੂ ਕੀ ਸਾਧ ਸੰਗਤ ਜੋ ਬਖਸ਼ਣਹਾਰ ਹੋ, ਅੱਗੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ ਜੀ। ਕਵ ਸੰਤੋਖ ਸਿੰਘ ਸਤਿਗੁਰ ਆਨੰਦ। ਸਕਲ ਸਮਾਜ ਬਿਰਧਾਏ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।